ਇਹ ਰਾਜਨੀਤੀ ਕਦੋਂ ਮੁੱਦਿਆਂ ਤੋਂ ਬਦਲ ਕੇ ਚਿਹਰਿਆਂ ਤੇ ਚਲੇ ਜਾਂਦੀ ਹੈ ਇਹਦਾ ਪਤਾ ਨਹੀਂ ਲੱਗਦਾ। ਇਸੇ ਰਾਜਨੀਤੀ ਨੂੰ ਅਸੀਂ 3 ਮਹੀਨੇ ਪਹਿਲਾਂ ਦੇਖਦੇ ਤਾਂ ਉਹ ਸਿੱਧੂ ਬਨਾਮ ਕੈਪਟਨ ਲੱਗਦੀ ਸੀ। ਮਜ਼ੇਦਾਰ ਗੱਲ ਇਹ ਵੀ ਆ ਕਿ ਹਾਲੇ ਤੱਕ ਇਹ ਸਮਝ ਨਹੀਂ ਆਈ ਕਿ ਐਡਵੋਕੇਟ ਜਨਰਲ ਨੂੰ ਲਾਇਆ ਕਿਹਨੇ, ਕਿ ਜਦੋਂ ਤੁਹਾਨੂੰ ਲੱਗਦਾ ਸੀਗਾ ਕਿ 4-4.5 ਸਾਲ ਦੇ ਵਿੱਚ ਕੰਮ ਨਹੀਂ ਹੋਏ ਉਦੋਂ ਤੇ ਤੁਸੀਂ ਉਸ ਮੁੱਖ ਮੰਤਰੀ ਤੋਂ ਉਸ ਚੀਜ਼ ਦਾ ਜਿਹੜਾ ਸੀ ਖਮਿਆਜ਼ਾ ਭੁਗਤਾ ਲਿਆ ਤੇ ਉਹਨਾਂ ਨੂੰ ਲਾਂਭੇ ਕਰ ਦਿੱਤਾ ਤੇ ਤੁਸੀਂ ਸਰਕਾਰ ਦੁਬਾਰਾ ਬਣਾ ਲਈ। ਸਰ ਇਹ ਗੱਲ ਕਹਿੰਦੇ ਨੇ ਕਿ ਮੈਂ ਗਰੀਬ ਹਾਂ ਕਮਜ਼ੋਰ ਨਹੀਂ। ਭਾਈ ਜੀ ਜੇ ਤੁਸੀਂ ਕਮਜ਼ੋਰ ਨਹੀਂ ਹੋ ਤੇ ਮਸਲਾ ਹੱਲ ਕਰਕੇ ਦਿਖਾਓ। ਨਾ ਤੇ ਆਮ ਆਦਮੀ ਪਾਰਟੀ ਕੋਲ ਕੋਈ ਮੁੱਦਾ ਜਾਂ ਕੋਈ ਕਹਾਣੀ ਜਾਂ ਕੋਈ ਸਟੋਰੀ ਨਜ਼ਰ ਆਉਂਦੀ ਆ ਤੇ ਨਾ ਹੀ ਸੁਖਬੀਰ ਸਿੰਘ ਬਾਦਲ ਵਾਲੀ ਜਿਹੜੀ ਲੀਡ ਕਰਦੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਾਲੀ ਉਹਦੇ ਕੋਲ ਨਜ਼ਰ ਆਉਂਦੀ ਹੈ। ਪਤਾ ਨਹੀਂ ਇਹ ਕਿਵੇਂ ਸਾਡੇ 'ਚ ਇਹ ਵਰਤਾਰਾ ਆਇਆ ਕਿ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਅਡਾਪਟ ਕਰਦੇ ਦੂਜੀਆਂ ਭਾਸ਼ਾ ਨੂੰ ਅਪਣਾਉਂਦੇ ਅਸੀਂ ਆਪਣੀ ਭਾਸ਼ਾ ਤੋਂ ਲੋੜ ਤੋਂ ਵੱਧ ਬੇਮੁਖ ਹੋ ਗਏ। ਕੁੱਲ ਮਿਲਾ ਕੇ ਭਾਸ਼ਾ ਲਈ ਨਾ ਤੇ ਲੋਕ ਸੁਹਿਰਦ ਨੇ, ਨਾ ਸਾਡਾ ਤੰਤਰ ਸੁਹਿਰਦ ਆ ਤੇ ਨਾ ਸਰਕਾਰਾਂ ਸੁਹਿਰਦ। ਜਦੋਂ ਅਸੀਂ ਪੜ੍ਹਨਾ ਨਹੀਂ ਚਾਹੁੰਦੇ, ਸਕੂਲ ਪੜ੍ਹਾਉਣਾ ਨਹੀਂ ਚਾਹੁੰਦੇ, ਪੰਜਾਬੀ ਪੜ੍ਹੇ ਨੂੰ ਇੱਥੇ ਕੋਈ ਨੌਕਰੀ ਦੇ ਕੇ ਰਾਜੀ ਨਹੀਂ ਤੇ ਫਿਰ ਪੰਜਾਬੀ ਦਾ ਰੌਲਾ ਅਸੀਂ ਜਿੰਨਾ ਮਰਜ਼ੀ ਪਾ ਲਈਏ, ਹਾਲਾਤ ਨਹੀਂ ਜੇ ਸੁਧਰਨੇ। ਬਿਆਨ ਤੇ ਜ਼ਰੂਰ ਦਿੰਦੇ ਨੇ ਕੀ ਕੋਈ ਅਜਿਹਾ ਕੰਮ ਕਰਨ ਦੀ ਇਹਨਾਂ ਦੀ ਮਨਸ਼ਾ ਨਜ਼ਰ ਆਉਂਦੀ ਹੈ ਜਿਹਦੇ ਨਾਲ ਪੰਜਾਬੀ ਦਾ ਸਾਡਾ ਜਿਹੜਾ ਮਿਆਰ ਆ ਨਜ਼ਰ ਆਉਂਦਾ ਹੋਵੇ। ਮੋਦੀ ਸਰਕਾਰ ਨੇ ਇਹ ਘੋਸ਼ਣਾ ਕਰ ਦਿੱਤੀ ਕਿ 10 ਰੁਪਏ ਤੇ 5 ਰੁਪਏ ਜਿਹੜਾ ਆ ਡੀਜ਼ਲ ਤੇ ਪੈਟਰੋਲ ਤੋਂ ਐਕਸਾਈਜ਼ ਡਿਊਟੀ ਜਿਹੜੀ ਆ ਘਟਾ ਲਈ ਗਈ। ਕੀ ਉਹ ਕਦੇ ਇਦਾਂ ਦਾ ਇੱਕ ਵਾਈਟ ਪੇਪਰ ਲਿਆ ਕੇ ਦੱਸਣਗੇ ਕਿ ਇਹ ਅੱਜ ਕਿਉਂ ਘਟਾਈ? ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ, ਇਹਨਾਂ ਦਾ ਜਿਹੜਾ ਧਿਆਨ ਆ ਉਹ ਇਸ ਗੱਲ ਦੇ ਉੱਤੇ ਆ ਕਿ ਅਸੀਂ ਆਪ ਦਾ ਖਜ਼ਾਨਾ ਕਿਵੇਂ ਭਰਨਾ, ਕਦੋਂ ਤੋਂ ਲੁੱਟਿਆ ਗਿਆ, ਕਦ ਤੱਕ ਲੁੱਟਿਆ ਗਿਆ, ਇਹਦਾ ਹਿਸਾਬ ਨਾ ਤੇ ਕਿਸੇ ਨੇ ਡਾਢੇ ਨੂੰ ਪੁੱਛਣਾ ਤੇ ਨਾ ਡਾਢੇ ਨੇ ਦੇਣਾ। ਬਸ ਤੁਸੀਂ ਪਿੱਠ ਨੀਵੀਂ ਕਰੀ ਰੱਖੋ, ਛੈਂਟੇ ਤੁਹਾਡੇ ਪਈ ਜਾਣੇ ਆ ਤੇ ਭਾਰਤ ਮਾਤਾ ਦੀ ਜੈ ਦੇ ਗੁਣਗਾਨ ਕਰੀ ਜਾਓ। ਸੈਸ਼ਨ ਸਿਰਫ ਔਰ ਸਿਰਫ ਸ਼ਰਧਾਂਜਲੀਆਂ ਦੇਣ ਲਈ ਨਹੀਂ ਹੁੰਦਾ। ਕੈਬਨਿਟ ਦੀ ਚੋਣ ਜਿਹੜੀ ਆ ਉਹ ਸਿਰਫ ਇਸ ਕਰਕੇ ਹੀ ਹੁੰਦੀ ਆ ਕਿ ਤੁਸੀਂ ਉੱਥੇ ਵਿਧਾਨ ਸਭਾ 'ਚ ਬੈਠ ਕੇ ਕੋਈ ਚੱਜ ਦੀ, ਕੋਈ ਅਕਲ ਦੀ, ਕੋਈ ਪੰਜਾਬ ਦੇ ਭਲੇ ਦੀ ਗੱਲ ਕਰਨੀ ਆ। ਉਹ ਭਾਈ ਚੌਧਰੀ ਤੈਨੂੰ ਕਿਸਾਨਾਂ ਨੇ ਕਦੋਂ ਕਿਹਾ ਸੀ ਕਿ ਤੂੰ ਅਸਤੀਫਾ ਦੇ? ਵੈਸੇ ਹੀ ਉਹਨਾਂ ਦੇ ਨਾਲ ਬੈਠ, ਵੈਸੇ ਉਹਨਾਂ ਦੇ ਹੱਕ ਦੀ ਗੱਲ ਵਿਧਾਨ ਸਭਾ 'ਚ ਕਰੋ। ਉਹ ਇੱਕ ਵੱਖਰੀ ਤਰ੍ਹਾਂ ਦਾ ਡਰਾਮਾ ਕਿ ਪਹਿਲਾਂ ਤੁਸੀਂ ਅਸਤੀਫਾ ਦੇ ਦਿੱਤਾ, ਤੁਸੀਂ ਫੇਰ ਇਲੈਕਸ਼ਨ ਲੜੀ, ਫੇਰ ਜਿੱਤ ਕੇ ਤੁਸੀਂ ਕਹਿੰਦੇ ਫੇਰ ਅਸਤੀਫਾ ਦੇ ਦੇਣਾ। ਕੀ ਮਜ਼ਾਕ ਆ? ਥੈਂਕ ਯੂ ਉਹਨਾਂ ਨੇ ਉਹਨਾਂ ਦਾ ਰਾਜਨੀਤੀ ਦਾ ਕੈਰੀਅਰ ਖਤਮ ਕਰਨ ਲਈ ਕਿਹਾ ਜਾਂ ਉਹ ਥੈਂਕ ਯੂ ਉਹਨਾਂ ਦਾ ਘਰ ਆ ਕੇ ਜਨਮ ਦਿਨ ਮਨਾਉਣ ਲਈ ਕਿਹਾ? ਇਹ ਤੇ ਅਡਵਾਨੀ ਸਾਹਿਬ ਹੀ ਦੱਸ ਸਕਦੇ ਨੇ। ਇਹ ਜਿਹੜੇ ਲੋਕ ਅੱਜ ਉਹਨਾਂ ਦਾ ਜਨਮ ਦਿਨ ਮਨਾਉਣ ਗਏ ਸੀ 2-4-10 ਸਾਲ ਬਾਅਦ ਵਾਰੀ ਇਹਨਾਂ ਦੀ ਵੀ ਇਦਾਂ ਹੀ ਆਉਣੀ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਲਈ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਚਰਚਾ। ਨਵਜੋਤ ਸਿੰਘ ਸਿੱਧੂ ਅੱਜ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਤੇ ਹਮਲਾਵਰ ਹੁੰਦੇ ਨਜ਼ਰ ਆਏ। ਏਪੀਐਸ ਦਿਓਲ ਨੇ ਨਵਜੋਤ ਸਿੰਘ ਸਿੱਧੂ ਨੂੰ ਚਿੱਠੀਆਂ ਰਾਹੀਂ ਜਵਾਬ ਦਿੱਤਾ ਸੀ ਤੇ ਟਵੀਟ ਰਾਹੀਂ ਨਵਜੋਤ ਸਿੰਘ ਸਿੱਧੂ ਨੇ ਏਪੀਐਸ ਦਿਓਲ ਨੂੰ ਜਵਾਬ ਦਿੱਤਾ ਹੈ। ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਨੂੰ ਇੱਕ ਉੱਚਾ ਅਹੁਦਾ ਦੇ ਦਿੱਤਾ ਗਿਆ ਹੈ। ਅਭੈ ਚੌਟਾਲਾ ਨੇ ਵੀ ਸੀਟ ਜਿੱਤਣ ਤੋਂ ਬਾਅਦ ਇੱਕ ਵਾਰ ਫਿਰ ਐਲਾਨ ਕਰ ਦਿੱਤਾ ਹੈ ਕਿ ਉਹ ਵਾਪਸ ਤੋਂ ਅਸਤੀਫਾ ਦੇ ਸਕਦੇ ਨੇ ਜੇ ਕਿਸਾਨ ਚਾਹਣ। ਇਹਨਾਂ ਤੇ ਹੋਰ ਬਹੁਤ ਸਾਰੇ ਮੁੱਦਿਆਂ ਤੇ ਅੱਜ ਅਸੀਂ ਚਰਚਾ ਕਰਾਂਗੇ ਵਿਸਥਾਰ ਨਾਲ। ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਬਹੁਤ ਸ਼ੁਕਰੀਆ। ਸ਼ਰਮਾ ਜੀ, ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਨਵਜੋਤ ਸਿੰਘ ਸਿੱਧੂ ਦੀ, ਜਿਹੜੇ ਕਿ ਰੋਜ਼ ਹੀ ਬੇਸ਼ੱਕ ਕੁਝ ਨਾ ਕੁਝ ਕਹਿੰਦੇ ਨੇ ਤੇ ਸ਼ਾਇਦ ਉਹ ਮੁੱਦੇ ਕਹਿੰਦੇ ਨੇ ਕਿ ਮੈਂ ਜਿਨ੍ਹਾਂ ਤੇ ਰਾਜਨੀਤੀ ਨਹੀਂ, ਮੈਂ ਇਹਨਾਂ ਮੁੱਦਿਆਂ ਤੇ ਕਰ ਰਿਹਾ, ਇਹ ਪੰਜਾਬ ਦੀ ਗੱਲ ਕਰ ਰਿਹਾ ਵਾਂ। ਹਮੇਸ਼ਾ ਤੋਂ ਉਹ ਕਹਿੰਦੇ ਆਏ ਨੇ ਤੇ ਅੱਜ ਵੀ ਉਹਨਾਂ ਨੇ ਫਿਰ ਇੱਕ ਵਾਰ ਆਪਣੀ ਹੀ ਸਰਕਾਰ ਤੇ ਨਿਸ਼ਾਨਾ ਸਾਧਿਆ ਏ ਤੇ ਉਹਨਾਂ ਨੇ ਡਰੱਗਸ ਤੇ ਬੇਦਬੀ ਦੇ ਮੁੱਦਿਆਂ ਨੂੰ ਲੈ ਕੇ ਬਹੁਤ ਕੁਝ ਕਹਿ ਦਿੱਤਾ ਹੈ। ਕੀ ਕਹਿਣਾ ਚਾਹੋਗੇ? ਦੇਖੋ ਹਰਪ੍ਰੀਤ ਜੀ, ਜਿੱਦਾਂ ਤੁਸੀਂ ਕਿਹਾ ਨਾ ਕਿ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਹਮਲਾ ਬੋਲਿਆ ਜਾਂ ਉਹ ਸਰਕਾਰ ਤੇ ਹਮਲੇ ਬੋਲਦੇ ਨੇ, ਮੈਨੂੰ ਏਦਾਂ ਲੱਗਦਾ ਕਿ ਤੁਹਾਨੂੰ ਉਹਨਾਂ ਦੇ ਹਮਲੇ ਜਿਹੜੇ ਆ ਉਹ ਚੰਗੇ ਨਹੀਂ ਲੱਗਦੇ। ਨਹੀਂ, ਚੰਗੇ ਨਹੀਂ ਲੱਗਦੇ ਦੀ ਗੱਲ ਨਹੀਂ, ਪੰਜਾਬ ਦੀ ਗੱਲ ਹੈ, ਠੀਕ ਹੈ। ਤੇ ਹੋ ਸਕਦਾ ਹੈ ਬਹੁਤ ਸਾਰੇ ਲੋਕਾਂ ਨੂੰ ਨਵਜੋਤ ਸਿੰਘ ਸਿੱਧੂ ਦਾ ਬੋਲਣਾ ਜਿਹੜਾ ਉਹ ਨਾ ਚੰਗਾ ਲੱਗਦਾ ਜੀ। ਤੇ ਜਿਹੜੀਆਂ ਵਿਰੋਧੀ ਧਿਰ ਦੇ ਵਿੱਚ ਬੈਠੀਆਂ ਤਾਕਤਾਂ ਨੇ, ਪਾਰਟੀਆਂ ਨੇ, ਸਿਆਸੀ ਧਿਰਾਂ ਨੇ ਜਾਂ ਲੋਕ ਨੇ ਜਿਨ੍ਹਾਂ ਦੀ ਜਿਹੜੀ ਸੋਚ ਆ ਜਾਂ ਸੂਝ ਆ ਉਹ ਕੁਝ ਖਾਸ ਰਾਜਨੀਤਿਕ ਹਲਕਿਆਂ ਦੇ ਨਾਲ ਬੱਝੀ ਹੋਈ ਆ ਜਾਂ ਰਾਜਨੀਤਿਕ ਧਿਰਾਂ ਨਾਲ ਜੁੜੀ ਹੋਈ ਆ, ਉਹਨਾਂ ਨੂੰ ਉਹ ਨਾ ਚੰਗੇ ਲੱਗਦੇ ਹੋਣ। ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ
ਜਾਂ ਦੂਸਰੇ ਕੁਝ ਲੋਕਾਂ ਨੂੰ ਉਹ ਚੰਗੇ ਲੱਗਦੇ ਹੋਣ ਕਿ ਕਾਂਗਰਸ ਦੀ ਆਪਸ ਦੇ ਵਿੱਚ ਲੜਾਈ ਹੋ ਰਹੀ ਆ ਤੇ ਉਹਨਾਂ ਦਾ ਇਹਦੇ 'ਚ ਫਾਇਦਾ ਹੀ ਹੈ। ਉਹਨਾਂ ਨੂੰ ਲੱਗਦਾ ਹੋਏਗਾ ਕਿ ਉਹਨਾਂ ਨੂੰ ਇਦਾਂ ਲੱਗਦਾ ਹੋਊ 2 ਬਿੱਲੀਆਂ ਦੀ ਲੜਾਈ ਦੇ ਵਿੱਚ ਬਾਂਦਰ ਰਾਜਾ ਬਣ ਸਕਦਾ। ਦੇਖੋ ਇਹ ਜਿਹੜੀ ਤੁਸੀਂ ਗੱਲ ਕੀਤੀ ਉਹ ਪੰਚਤੰਤਰ ਦੀਆਂ ਕਥਾਵਾਂ ਆ, ਉਹਨਾਂ ਦਾ ਅਸੀਂ ਕਈ ਵਾਰ ਸਹਾਰਾ ਲੈਂਦੇ ਆ ਕਿਸੇ ਗੱਲ ਨੂੰ ਸਮਝਾਉਣ ਲਈ, ਪਰ ਅਸੀਂ ਇੱਥੇ ਕਿਸੇ ਨੂੰ ਵੀ ਕਿਸੇ ਜਾਨਵਰ ਨਾਲ ਜਾਂ ਕਿਸੇ ਪਕਸ਼ੀ ਨਾਲ ਤੁਲਨਾ ਨਹੀਂ ਕਰਦੇ। ਉਹ ਸਿਰਫ ਪੰਚਤੰਤਰ ਵਾਲੀ ਕਹਾਣੀ ਦਾ ਇੱਕ ਫਰੇਜ਼ ਹੈ, ਉਹਨੂੰ ਵਰਤ ਰਹੇ ਹਾਂ। ਬਿਲਕੁਲ। ਹੁਣ ਜਦੋਂ ਅਸੀਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ, ਜਦੋਂ ਤੁਸੀਂ ਪ੍ਰੋਗਰਾਮ ਵਿਚਾਰ ਚਰਚਾ ਦੀ ਗੱਲ ਕਰਦੇ ਆ ਤੇ ਰਾਜਨੀਤੀ ਜਿਹੜੀ ਆ ਉਹ ਅਸੀਂ ਅਕਸਰ ਇਹ ਕਹਿੰਦੇ ਆ ਕਿ ਮੁੱਦਿਆਂ ਤੇ ਆਧਾਰਿਤ ਹੋਣੀ ਚਾਹੀਦੀ ਆ, ਮੁੱਦਿਆਂ ਦੇ ਉੱਤੇ ਕੇਂਦਰਿਤ ਹੋਣੀ ਚਾਹੀਦੀ ਆ, ਲੋਕਾਂ ਦੇ ਨਾਲ ਜੁੜੇ ਹੋਏ ਜਿਹੜੇ ਮਸਲੇ ਆ ਉਹਦੇ 'ਚ ਵਿਚਾਰੇ ਜਾਣੇ ਚਾਹੀਦੇ ਤੇ ਉਹਨਾਂ ਦਾ ਇੱਕ ਹੱਲ ਹੋਣਾ ਚਾਹੀਦਾ ਜੀ। ਪਰ ਇਹ ਰਾਜਨੀਤੀ ਕਦੋਂ ਮੁੱਦਿਆਂ ਤੋਂ ਬਦਲ ਕੇ ਚਿਹਰਿਆਂ ਤੇ ਚਲੇ ਜਾਂਦੀ ਆ ਇਹਦਾ ਪਤਾ ਨਹੀਂ ਲੱਗਦਾ ਜੀ। ਵਜ੍ਹਾ ਉਹਦੀ ਇਹ ਆ ਕਿ ਮੁੱਦੇ ਵੀ ਆਖਰ ਤੱਕ ਕਿਸੇ ਨਾ ਕਿਸੇ ਚਿਹਰੇ ਨੇ ਹੀ ਸਾਹਮਣੇ ਲੈ ਕੇ ਆਉਣੇ ਨੇ। ਲੋਕਾਂ ਦੀਆਂ ਭਾਵਨਾਵਾਂ 3 ਕਰੋੜ ਪੰਜਾਬ ਦੀ ਆਬਾਦੀ ਆ, ਉਹ ਸਾਰੇ ਦੇ ਸਾਰੇ ਬੋਲਣ ਲੱਗਣਗੇ ਤਾਂ ਕਿਸੇ ਨੂੰ ਵੀ ਨਹੀਂ ਸੁਣਿਆ ਜਾਣਾ। ਇਸੇ ਦਾ ਹੀ ਨਾਂ ਲੋਕਤੰਤਰ ਆ ਕਿ ਇੱਕ ਹਲਕਾ ਆ, ਹਲਕੇ ਦਾ ਇੱਕ ਵਿਧਾਇਕ ਹੈ, ਵਿਧਾਇਕ ਵਿਧਾਨ ਸਭਾ 'ਚ ਜਾਂਦਾ ਹੈ ਤੇ ਉਹ ਆਪਣੀ ਗੱਲ ਉੱਥੇ ਰੱਖਦਾ ਆ। ਉਹਦਾ ਜਿਹੜਾ ਚਿਹਰਾ ਆ ਉਹ ਇੱਕ ਹਲਕੇ ਦਾ ਚਿਹਰਾ ਮੰਨਿਆ ਜਾਂਦਾ। ਉਹਨਾਂ ਦੇ ਵਿੱਚੋਂ ਜਿਹੜੇ ਮੈਂਬਰ ਮੰਤਰੀ ਬਣ ਜਾਂਦੇ ਨੇ, ਕੈਬਨਿਟ ਦਾ ਹਿੱਸਾ ਬਣ ਜਾਂਦੇ ਨੇ, ਉਹ ਫਿਰ ਸਾਰੇ ਹੀ ਸਾਰੇ ਆਪਣੇ ਡਿਪਾਰਟਮੈਂਟ ਦਾ ਚਿਹਰਾ ਬਣ ਜਾਂਦੇ ਨੇ। ਮੰਨ ਲਓ ਕੋਈ ਟਰਾਂਸਪੋਰਟ ਮੰਤਰੀ ਆ ਜਾਂ ਕੋਈ ਮੈਡੀਕਲ ਹੈਲਥ ਦਾ ਮੰਤਰੀ ਆ, ਕੋਈ ਐਜੂਕੇਸ਼ਨ ਦਾ ਮੰਤਰੀ ਆ, ਉਹ ਸਾਰੇ ਦੇ ਸਾਰੇ ਪੰਜਾਬ ਦੇ ਉਸ ਪਾਰਟਿਕੂਲਰ ਡਿਪਾਰਟਮੈਂਟ ਦਾ ਜਿਹੜਾ ਆ ਚਿਹਰਾ ਬਣ ਜਾਂਦੇ ਨੇ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਜਿਹੜਾ ਆ ਉਹ ਇਸ ਵੇਲੇ ਪੰਜਾਬ ਕਾਂਗਰਸ ਦਾ ਚਿਹਰਾ ਨੇ ਜੀ। ਜਦੋਂ ਉਹ ਕਿਸੇ ਮੁੱਦੇ ਦੀ ਗੱਲ ਕਰਦੇ ਨੇ ਤੇ ਇਹ ਗੱਲ ਬਿਲਕੁਲ ਦਰੁਸਤ ਹੈ, ਲੱਗਦੀ ਇੰਜ ਹੀ ਹੈ ਕਿ ਇਹ ਪਾਰਟੀ ਦੇ ਲੋਕ ਆਪਸ 'ਚ ਲੜ ਰਹੇ ਨੇ। ਪਰ ਜਦੋਂ ਇਹਨੂੰ ਦੂਜੇ ਨਜ਼ਰੀਏ ਨਾਲ ਦੇਖੀਏ ਤੇ ਇਹ ਲੜਾਈ ਜਿਹੜੀ ਆ ਉਹ ਜਿੱਦਾਂ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਮੇਰੀ ਲੜਾਈ ਕਿਸੇ ਦੇ ਨਾਲ ਪਰਸਨਲ ਨਹੀਂ ਹੈਗੀ। ਅੱਜ ਦੀ ਜਿਹੜੀ ਇੰਟਰਵਿਊ ਸੀ ਉਹਨਾਂ ਦੀ, ਜਿਹੜੀ ਉਹਨਾਂ ਦੀ ਪ੍ਰੈਸ ਦੀ ਨਾਲ ਮਿਲਣੀ ਸੀ, ਉਹ ਪੱਤਰਕਾਰਾਂ ਨੂੰ ਮੁਖਾਤਬ ਹੋਏ ਜਦੋਂ ਉਹਨਾਂ ਨੇ ਆਪਣੀਆਂ ਗੱਲਾਂ ਦੱਸੀਆਂ ਤੇ 2 ਗੱਲਾਂ ਮੈਨੂੰ ਅਜੀਬ ਨਹੀਂ ਲੱਗੀਆਂ, ਥੋੜ੍ਹੀਆਂ ਜਿਹੀਆਂ ਨਵੀਆਂ ਲੱਗੀਆਂ। ਇੱਕ ਤੇ ਉਹ ਬਹੁਤ ਐਗਰੈਸਿਵ ਨਹੀਂ ਸੀਗੇ, ਬੜੇ ਠਰਮੇ ਨਾਲ ਬੋਲਦੇ ਨਜ਼ਰ ਆਏ। ਦੂਸਰਾ ਉਹਨਾਂ ਨੇ ਅੰਗਰੇਜ਼ੀ ਉਹਦੇ ਨਾਲ ਬਹੁਤ ਸਲੀਕੇਦਾਰ ਬੋਲੀ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਐਜ਼ ਏ ਕ੍ਰਿਕਟਰ ਤੇ ਨਵਜੋਤ ਸਿੰਘ ਸਿੱਧੂ ਐਜ਼ ਏ ਕਮੈਂਟੇਟਰ ਬਹੁਤ ਵਧੀਆ ਜਿਹੜੀ ਆ ਅੰਗਰੇਜ਼ੀ 'ਚ ਮੁਹਾਰਤ ਰੱਖਦੇ ਨੇ ਤੇ ਚੰਗੇ ਤਰੀਕੇ ਨਾਲ ਅੰਗਰੇਜ਼ੀ ਬੋਲਦੇ ਨੇ। ਅੱਜ ਉਹ ਵਿੱਚ ਕਾਫੀ ਚੰਗੀ ਅੰਗਰੇਜ਼ੀ ਬੋਲਦੇ ਨਜ਼ਰ ਆਏ। ਜਿਹੜੀ ਉਹਨਾਂ ਨੇ ਗੱਲ ਕੀਤੀ ਮੁੱਦਿਆਂ ਦੀ, ਉਹ ਬਿਲਕੁਲ ਦਰੁਸਤ ਆ, ਸਹੀ ਆ, ਸਟੀਕ ਆ ਤੇ ਮੌਕੇ ਦੇ ਉੱਤੇ ਢੁੱਕਦੀ ਵੀ ਆ। ਉਹਨਾਂ ਨੇ ਗੱਲ ਕੀਤੀ ਕਿ ਅਸੀਂ ਇਹਨਾਂ ਲੋਕਾਂ ਦੇ ਵਿੱਚ ਜਾਣਾ, ਸਮਾਂ ਰਹਿ ਗਿਆ ਥੋੜਾ, 4.5 ਸਾਲ ਅਸੀਂ ਕੁਝ ਨਹੀਂ ਕੀਤਾ। ਜਿਨ੍ਹਾਂ ਨੇ 4.5 ਸਾਲ ਕੁਝ ਨਹੀਂ ਸੀ ਕੀਤਾ ਉਹਨਾਂ ਨੂੰ ਸਿਆਸਤ ਚੋਂ ਲਾਂਭੇ ਕਰ ਦਿੱਤਾ ਗਿਆ, ਜਾਂ ਪਾਰਟੀ ਦਾ ਚਿਹਰਾ ਨਹੀਂ ਰਹਿਣ ਦਿੱਤਾ ਗਿਆ, ਜਾਂ ਮੁੱਖ ਮੰਤਰੀ ਜਿਹੜਾ ਸੀ ਉਹ ਬਦਲ ਦਿੱਤਾ ਗਿਆ। ਉਹ ਇੱਕ ਪੁਰਾਣੀ ਕਹਾਣੀ ਹੋ ਗਈ। ਇਸੇ ਰਾਜਨੀਤੀ ਨੂੰ ਅਸੀਂ 3 ਮਹੀਨੇ ਪਹਿਲਾਂ ਦੇਖਦੇ ਤਾਂ ਉਹ ਸਿੱਧੂ ਬਨਾਮ ਕੈਪਟਨ ਲੱਗਦੀ ਸੀ, ਜਦ ਕਿ ਸਿੱਧੂ ਉਦੋਂ ਵੀ ਕਹਿੰਦੇ ਸੀ ਕਿ ਰਾਜਨੀਤੀ ਜਿਹੜੀ ਆ ਉਹ ਸਿੱਧੂ ਜਿਹੜੀ ਲੜਾਈ ਆ ਉਹ ਸਿੱਧੂ ਬਨਾਮ ਕੈਪਟਨ ਨਹੀਂ, ਮੁੱਦੇ ਬਨਾਮ ਕੰਮ, ਮੁੱਦੇ ਬਨਾਮ ਸਰਕਾਰ, ਰਿਜ਼ਲਟ ਬਨਾਮ ਸਰਕਾਰ ਆ। ਤੇ ਅੱਜ ਵੀ ਉਹ ਇਹੀ ਕਹਿੰਦੇ ਨਜ਼ਰ ਆਏ ਕਿ ਇਸ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਮੈਂ ਨਹੀਂ ਬਣਾਇਆ, ਮੇਰਾ ਕੋਈ ਹੱਥ ਨਹੀਂ, ਮੈਂ ਤੇ ਪਾਰਟੀ 'ਚ ਵਰਕਰ ਆ ਜਾਂ ਮੈਂ ਪਾਰਟੀ ਦਾ ਪ੍ਰਧਾਨ ਆ। ਇਹਨਾਂ ਦੀ ਜਿਹੜੀ ਅਹੁਦਾ ਤਾਜਪੋਸ਼ੀ ਜਿਹੜੀ ਹੋਈ ਹੈ, ਇਹਨਾਂ ਨੂੰ ਜਿਹੜਾ ਅਹੁਦਾ ਦਿੱਤਾ ਗਿਆ ਉਹ ਹਾਈ ਕਮਾਂਡ ਨੇ ਦਿੱਤਾ। ਪਰ ਉਹਨਾਂ ਨੇ ਗੱਲ ਕੀਤੀ ਕਿ ਮਹੀਨਾ, 1.5 ਮਹੀਨਾ ਜਾਂ 2 ਮਹੀਨੇ ਟੱਪ ਗਏ, ਹੋਇਆ ਫਿਰ ਕੁਝ ਨਹੀਂ। ਪਿਛਲੀ ਸਮੇਂ ਜਿਹੜੀ 2 ਦਿਨ ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਤੇ ਵੀ ਉਹਨਾਂ ਨੇ ਉਹੀ ਗੱਲਾਂ ਰੱਖੀਆਂ ਸੀ। ਉਸ ਦਿਨ ਇੱਕ ਫਰੇਜ਼ ਨਵਾਂ ਸੀ ਕਿ ਮੈਂ ਆਪਣਾ ਅਸਤੀਫਾ ਵਾਪਸ ਲੈ ਲਿਆ। ਅੱਜ ਜਿਹੜੇ ਨੇ 2 ਫਰੇਜ਼ਸ, 1-2 ਫਰੇਜ਼ ਅੱਜ ਵੀ ਨਵੇਂ ਨੇ। ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਦਾ ਪ੍ਰਧਾਨ ਆ, ਮੇਰੇ ਕੋਲ ਕੋਈ ਐਗਜ਼ੀਕਿਊਟਿਵ ਪਾਵਰ ਨਹੀਂ ਹੈਗੀ, ਮੇਰੇ ਕੋਲ ਕੋਈ ਤਾਕਤ ਨਹੀਂ ਹੈ ਤੇ ਇਹਦੇ ਨਾਲ ਮੈਂ ਫੈਸਲੇ ਜਿਹੜੇ ਆ ਕਰ ਸਕਾਂ ਜਾਂ ਮੁੱਦਿਆਂ ਦਾ ਹੱਲ ਕਰ ਸਕਾਂ ਜਾਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਨੂੰ ਖਤਮ ਕਰਕੇ ਤੇ ਚੋਣਾਂ ਲਈ ਲੋਕਾਂ ਦੇ ਸਾਹਮਣੇ ਜਾ ਸਕਾਂ। ਫਿਰ ਉਹਨਾਂ ਨੇ 2-3 ਗੱਲਾਂ ਕੀਤੀਆਂ ਕਿ ਲੋਕਾਂ ਦੇ ਸਾਹਮਣੇ ਜਾਣ ਦੇ 2-3 ਤਰੀਕੇ ਨੇ, ਜਾਂ ਤੇ ਝੂਠ ਬੋਲ ਕੇ ਜਾਈਏ, ਜਾਂ ਲੋਕਾਂ ਨੂੰ ਭੰਬਲ ਭੂਸੇ 'ਚ ਪਾ ਕੇ ਜਾਈਏ, ਤੇ ਜਾਂ ਸਾਰਾ ਕੁਝ ਹੱਲ ਕਰਕੇ ਸਿਰ ਉੱਚਾ ਚੁੱਕ ਕੇ ਜਾਈਏ। ਗੱਲਾਂ ਸਾਰੀਆਂ ਠੀਕ ਜਾਪਦੀਆਂ ਨੇ। ਫਿਰ ਬਹੁਤ ਲੋਕ ਪਾਰਟੀ ਦੇ ਵਿੱਚੋਂ ਬੋਲਦੇ ਨੇ ਕਿ ਪਾਰਟੀ ਪਲੇਟਫਾਰਮ ਤੇ ਗੱਲ ਰੱਖਣੀ ਚਾਹੀਦੀ ਆ, ਪਰ ਪਾਰਟੀ ਪਲੇਟਫਾਰਮ ਤੇ ਗੱਲ ਰੱਖੀ ਤਦ ਜਾਵੇ ਜੇਕਰ ਪਾਰਟੀ ਪਲੇਟਫਾਰਮ ਦੇ ਉੱਤੇ ਗੱਲ ਸੁਣੀ ਜਾਂਦੀ ਹੋਵੇ। ਐਡਵੋਕੇਟ ਜਨਰਲ ਨੂੰ ਲੈ ਲਈਏ ਤੇ ਜਾਂ ਫਿਰ ਡੀਜੀਪੀ ਨੂੰ ਲੈ ਲਈਏ। ਹਾਲਾਂਕਿ ਡੀਜੀਪੀ ਦਾ ਜਿਹੜਾ ਪੈਨਲ ਆ ਬਣਦਾ ਆ, ਉਹ ਨਾਮ ਭੇਜੇ ਜਾਂਦੇ ਨੇ UPSC ਨੂੰ ਜਾਂ ਕੇਂਦਰ ਸਰਕਾਰ ਨੂੰ, ਹੋਮ ਮਿਨਿਸਟਰੀ ਤੋਂ ਮਨਜ਼ੂਰੀ ਆਉਂਦੀ ਆ, ਉਹ ਮਨਜ਼ੂਰੀ ਕਦੋਂ ਆਉਂਦੀ ਆ ਕਦੋਂ ਨਹੀਂ ਆਉਂਦੀ
ਥੋੜਾ ਸਮਾਂ ਆ, ਇਲੈਕਸ਼ਨ ਜਿਹੜੀ ਆ ਅਨਾਉਂਸ ਹੋ ਜਾਣੀ ਆ, ਉਹ ਕਿੰਨਾ ਕੁ ਸਮਾਂ ਆ, ਕਿੰਨੇ ਕੁ ਦਿਨ ਆ, ਉਹ ਸਾਰੀ ਇੱਕ ਬਹਿਸ ਦਾ ਵਿਸ਼ਾ ਆ। ਪਰ ਉਹਦੇ ਵਿੱਚੋਂ ਨਿਕਲਦਾ ਕੀ ਆ? ਐਡਵੋਕੇਟ ਜਨਰਲ ਨੂੰ ਲਾਉਣਾ, ਦੇਖੋ ਇੱਕ ਤੇ ਮਜ਼ੇਦਾਰ ਗੱਲ ਇਹ ਵੀ ਆ ਕਿ ਹਾਲੇ ਤੱਕ ਇਹ ਸਮਝ ਨਹੀਂ ਆਈ ਕਿ ਐਡਵੋਕੇਟ ਜਨਰਲ ਨੂੰ ਲਾਇਆ ਕਿਹਨੇ, ਪੰਜਾਬ ਦੇ ਕਿਸ ਧੜੇ ਨੇ ਉਸ ਐਡਵੋਕੇਟ ਜਨਰਲ ਦੀ ਸਿਫਾਰਿਸ਼ ਕੀਤੀ ਜੀ, ਜਿਹੜਾ ਕਿ ਚਰਨਜੀਤ ਸਿੰਘ ਚੰਨੀ ਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਤਾਂ ਉਹਨਾਂ ਨੂੰ ਵੀ ਆ, ਸੱਤਾ ਦੇ ਗਲਿਆਰਿਆਂ 'ਚ ਹੀ ਰਹਿੰਦੇ ਆ। ਜੇ ਮੁੱਖ ਮੰਤਰੀ ਹੁਣ ਬਣੇ ਨੇ, ਮਿਨਿਸਟਰ ਤੇ ਪਹਿਲਾਂ ਵੀ ਸੀ, ਬਿਲਕੁਲ ਰਹਿੰਦੇ ਤੇ ਚੰਡੀਗੜ੍ਹ ਖਰੜ ਆ, ਕਹਾਣੀਆਂ ਤੇ ਸਾਰੀਆਂ ਉਹਨਾਂ ਨੂੰ ਪਤਾ। ਫਿਰ ਉਸ ਹੀ ਵਿਅਕਤੀ ਨੂੰ ਐਡਵੋਕੇਟ ਜਨਰਲ ਲਾ ਦੇਣਾ ਜਿਹੜਾ ਕਿ ਪਹਿਲਾਂ ਦੂਸਰੇ ਪਾਸੇ ਦੇ ਸਾਰੇ ਕੇਸ ਦੇਖਦਾ ਪਿਆ ਸੀ। ਤੇ ਆਮ ਤੌਰ ਤੇ ਇਹਦੀ ਚਰਚਾ ਸੋਸ਼ਲ ਮੀਡੀਆ ਤੇ ਜਾਂ ਬਾਕੀ ਵੱਖ-ਵੱਖ ਪਲੇਟਫਾਰਮ ਤੇ ਹੋ ਰਹੀ ਆ ਕਿ ਉਹ ਤੇ ਆਏ ਹੀ ਇਸ ਕਰਕੇ ਨੇ ਕਿ ਉਹਨਾਂ ਨੇ ਉਹ ਸਾਰੇ ਜਿਹੜੇ ਕੇਸ ਨੇ ਉਹਨਾਂ 'ਚ ਸਰਕਾਰੀ ਪੱਖ ਜਾਂਚਣਾ ਆ ਤੇ ਬਾਅਦ ਵਿੱਚ ਫਿਰ ਦੂਜੇ ਪਾਸੇ ਜਾ ਬਹਿਣਗੇ। ਤੇ ਡੀਜੀਪੀ ਦੇ ਮੁੱਦੇ ਦੇ ਉੱਤੇ ਵੀ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਸੁਮੇਧ ਸੈਣੀ ਦੇ ਟਾਈਮ ਦੇ ਉੱਤੇ ਉਹਨਾਂ ਦਾ ਖਾਸਮ ਖਾਸ ਦੱਸਣਾ ਤੇ ਸੁਖਬੀਰ ਦੇ ਨੇੜੇ ਦੱਸਣਾ ਤੇ ਉਹਨਾਂ ਦੀ ਜਿਹੜੀ ਆ ਕਲੀਨ ਚਿੱਟ ਦਾ ਜ਼ਿਕਰ ਕਰਨਾ ਜਾਂ ਹੋਰ ਸਾਰੀਆਂ ਕਹਾਣੀਆਂ ਦਾ ਜਿਹੜਾ ਵਿਖਿਆਨ ਉਹਨਾਂ ਨੇ ਕੀਤਾ, ਉਹਦੇ ਤੋਂ ਗੱਲ ਤੇ ਉਹਨਾਂ ਦੀ ਲੱਗਦੀ ਆ ਠੀਕ। ਪਰ ਹੁਣ ਦੂਸਰੀ ਜਿਹੜੀ ਪਾਸੇ ਦੀ ਗੱਲ ਇਹ ਸਮਝ ਨਹੀਂ ਆਉਂਦੀ ਕਿ ਸਰਕਾਰ ਦੀ ਕੀ ਮਜਬੂਰੀ ਆ ਜੀ ਕਿ ਜਦੋਂ ਤੁਹਾਨੂੰ ਲੱਗਦਾ ਸੀਗਾ ਕਿ 4.5 ਸਾਲ ਦੇ ਵਿੱਚ ਕੰਮ ਨਹੀਂ ਹੋਏ, ਉਦੋਂ ਤੇ ਤੁਸੀਂ ਉਸ ਮੁੱਖ ਮੰਤਰੀ ਤੋਂ ਉਸ ਚੀਜ਼ ਦਾ ਜਿਹੜਾ ਸੀ ਖਮਿਆਜ਼ਾ ਭੁਗਤਾ ਲਿਆ ਤੇ ਉਹਨਾਂ ਨੂੰ ਲਾਂਭੇ ਕਰ ਦਿੱਤਾ ਤੇ ਤੁਸੀਂ ਸਰਕਾਰ ਦੁਬਾਰਾ ਬਣਾ ਲਈ। ਬਿਲਕੁਲ। ਤੇ ਹੁਣ ਜਦੋਂ ਸਮਾਂ ਇੰਨਾ ਥੋੜਾ ਆ ਤੇ ਫਿਰ ਇਸ ਸਾਰੇ ਚੱਕਰ ਦੇ ਵਿੱਚ ਜੇਕਰ ਤੁਸੀਂ 2 ਨਿਯੁਕਤੀਆਂ ਨੂੰ ਲੈ ਕੇ 2 ਮਹੀਨੇ ਦਾ ਸਮਾਂ ਜਿਹੜਾ ਲੰਘਾ ਦਿੱਤਾ, ਬੜੀ ਛੋਟੀ ਜੀ ਗੱਲ ਆ। ਉਸ ਐਡਵੋਕੇਟ ਜਨਰਲ ਨੂੰ, ਉਹਨਾਂ ਵਕੀਲ ਭਾਈ ਸਾਹਿਬ ਨੂੰ ਵੀ ਚਾਹੀਦਾ ਕਿ ਜੇਕਰ ਮੈਂ ਪਹਿਲਾਂ ਇੱਕ ਕੇਸ ਦੇਖ ਰਿਹਾ, ਹੁਣ ਮੈਨੂੰ ਸਰਕਾਰੀ ਅਹੁਦਾ ਮਿਲ ਗਿਆ ਤੇ ਮੈਂ ਉਸੇ ਕੇਸ ਦੇ ਦੂਜੇ ਪਾਸੇ ਵਕੀਲ ਬਣਨਾ, ਜੇਕਰ ਉਹ ਪ੍ਰੋਫੈਸ਼ਨਲਿਜ਼ਮ ਨੂੰ ਸਮਝਦੇ ਹੋਣ ਤੇ ਉਹਨਾਂ ਨੂੰ ਵੈਸੇ ਹੀ ਅਹੁਦਾ ਛੱਡ ਦੇਣਾ ਚਾਹੀਦਾ। ਬਿਲਕੁਲ। ਕਿ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰ ਲੈਣੀ ਚਾਹੀਦੀ ਆ ਕਿ ਮੈਨੂੰ ਜੀ ਤੁਸੀਂ ਮਾਫ ਕਰੋ, ਮੈਂ ਇਸ ਕੇਸ ਦੀ ਜਿਹੜਾ ਸਰਕਾਰ ਬਨਾਮ ਸੁਮੇਧ ਸੈਣੀ ਕੇਸ ਆ ਉਹਦੇ 'ਚ ਮੈਂ ਸੁਮੇਧ ਸੈਣੀ ਦਾ ਪੱਖ ਰੱਖਿਆ, ਬਲੈਂਕਟ ਬੇਲ ਮੈਂ ਉਹਨਾਂ ਨੂੰ ਦਵਾਈ ਆ, ਤੁਸੀਂ ਹੁਣ ਮੈਨੂੰ ਦੂਜੇ ਪਾਸੇ ਵਕੀਲ ਬਣਾ ਲਓਗੇ ਤੇ ਮੈਂ ਇਸ ਆਪਣੇ ਅਹੁਦੇ ਦੇ ਨਾਲ ਹੀ, ਆਪਣੇ ਪੇਸ਼ੇ ਦੇ ਨਾਲ ਹੀ ਜਸਟਿਸ ਜਿਹੜਾ ਹੈ ਉਹ ਨਹੀਂ ਕਰ ਪਾਊਂਗਾ। ਜੀ ਸ਼ਰਮਾ ਜੀ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਦੀ ਵੀ ਤਾਂ ਗਲਤੀ ਹੈ ਹੀ ਹੈ ਕਿ ਆਫਟਰ ਆਲ ਸਰਕਾਰ ਵੀ ਤਾਂ ਇਹ ਸਾਰੀਆਂ ਗੱਲਾਂ ਜਾਣਦੀ ਹੀ ਸੀ, ਕਿਉਂਕਿ ਕਿਸੇ ਨੂੰ ਜਦੋਂ ਕੁਰਸੀ ਮਿਲਦੀ ਹੈ ਤਾਂ ਕੁਰਸੀ ਛੱਡਣੀ ਤਾਂ ਇੱਕ ਵਾਰੀ ਔਖੀ ਲੱਗਦੀ ਹੈ, ਪਰ ਉਸ ਬੰਦੇ ਨੂੰ, ਇਹੋ ਜਿਹੇ ਬੰਦੇ ਨੂੰ ਕੁਰਸੀ ਦਿੱਤੀ ਹੀ ਕਿਉਂ ਜਾਂਦੀ ਹੈ? ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਸਰਕਾਰ ਨੂੰ ਵੀ ਇਹ ਸਾਰੀ ਗੱਲ ਦਾ ਪਤਾ। ਮੈਂ ਤੇ ਉਸ ਤੋਂ ਅਗਲੇ ਪੱਖ ਤੇ ਚਲਾ ਗਿਆ। ਮੈਂ ਪਹਿਲਾਂ ਗੱਲ ਕੀਤੀ ਕਿ ਇਹ ਸਰਕਾਰ ਦੀ ਸਮਝ ਸਰਕਾਰ ਨੂੰ ਹੀ ਹੋਵੇਗੀ ਕਿ ਜਾਂ ਤੇ ਉਹ ਫਿਰ ਸਿੱਧੂ ਸਾਹਿਬ ਦੀ ਵੱਧਦੀ ਹੋਈ ਪਾਵਰ ਤੋਂ, ਵੱਧਦੀ ਹੋਈ ਪਪੂਲੈਰਿਟੀ ਤੋਂ ਪਰੇਸ਼ਾਨ ਨੇ ਜੀ। ਚਰਨਜੀਤ ਚੰਨੀ ਅਗਲੇ ਵਾਰ ਲਈ ਆਪਣੇ ਆਪ ਨੂੰ ਸਾਹਮਣੇ ਲੈ ਕੇ ਆ ਰਹੇ ਨੇ ਤੇ ਉਹ ਸੌਫਟ ਫੇਸ ਬਣੇ ਹੋਏ ਨੇ ਤੇ ਉਹੋ ਜਿਹੀਆਂ ਗੱਲਾਂ ਕਰਦੇ ਨੇ। ਉਹਨਾਂ ਦਾ ਜਿਹੜਾ ਜ਼ਿਆਦਾ ਧਿਆਨ ਆ ਉਹ ਆਮ ਆਦਮੀ ਪਾਰਟੀ ਦੇ ਵਾਅਦਿਆਂ ਨੂੰ ਹੁਣੇ ਪੂਰਾ ਕਰਕੇ ਉਹਨਾਂ ਨੂੰ ਨਿਰੁੱਤਰ ਕਰਨ ਦੀ ਗੱਲ ਤੇ ਲੱਗਿਆ ਹੋਇਆ। ਬਿਲਕੁਲ। ਪਰ ਨਾਲ ਦੀ ਨਾਲ ਉਹ ਫਿਰ ਕਈ ਵਾਰ ਇਹ ਗੱਲ ਕਹਿੰਦੇ ਨੇ, ਮੈਂ ਇਹ ਗੱਲ ਥੋੜੇ ਦਿਨਾਂ ਤੋਂ ਮਹਿਸੂਸ ਕਰ ਰਿਹਾ ਕਿ ਉਹ ਅਕਸਰ ਇਹ ਗੱਲ ਕਹਿੰਦੇ ਨੇ ਕਿ ਮੈਂ ਗਰੀਬ ਹਾਂ, ਕਮਜ਼ੋਰ ਨਹੀਂ। ਜੀ ਭਾਈ ਜੀ, ਜੇ ਤੁਸੀਂ ਕਮਜ਼ੋਰ ਨਹੀਂ ਹੋ ਤੇ ਮਸਲਾ ਹੱਲ ਕਰਕੇ ਦਿਖਾਓ। ਬਿਲਕੁਲ। ਅੱਜ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਹਾਜ਼ਰ ਹੋਏ ਤੇ ਬੜਾ ਉਹਨਾਂ ਨੇ ਵੀ ਸਿਰ ਝੁਕਾ ਕੇ ਵਿਧਾਨ ਸਭਾ ਨੂੰ ਮੱਥਾ ਟੇਕਿਆ, ਜਦ ਕਿ ਉਹ ਤੀਸਰੀ ਵਾਰ ਐਮਐਲਏ ਨੇ ਸ਼ਾਇਦ। ਇਸ ਤੋਂ ਪਹਿਲਾਂ ਮੰਤਰੀ ਨੇ, ਵਿਧਾਨ ਸਭਾ ਜਾਂਦੇ ਰਹਿੰਦੇ ਨੇ ਜੀ। ਪਰ ਇਹ ਯਾਦ ਫਿਰ ਆਈ ਜਦੋਂ 2014 ਚ ਪਹਿਲੀ ਵਾਰੀ ਲੋਕ ਸਭਾ ਦੇ ਵਿੱਚ ਮੋਦੀ ਜੀ ਗਏ ਸੀ ਤੇ ਉਹਨਾਂ ਨੇ ਵੀ ਸ਼ਾਸ਼ਵਤ ਦੰਡ ਪ੍ਰਣਾਮ ਕੀਤਾ ਸੀ ਉੱਥੇ। ਬਿਲਕੁਲ। ਫਿਰ ਇਹ ਜਿਹੜੇ ਡਰਾਮੇ ਨੇ, ਇਹਨਾਂ ਨੂੰ ਡਰਾਮੇ ਕਿਹਾ ਜਾਊਗਾ। ਬਿਲਕੁਲ। ਜੇਕਰ ਤੁਸੀਂ ਉਸ ਅਹੁਦੇ ਦੀ, ਉਸ ਗਰਿਮਾ, ਉਸ ਅਹੁਦੇ ਦੀ ਇੰਨੀ ਇੱਜ਼ਤ ਕਰਦੇ ਹੋ, ਜੇਕਰ ਤੁਸੀਂ ਉੱਥੇ ਮੱਥਾ ਟੇਕਦੇ ਹੋ, ਮੱਥਾ ਟੇਕਣ ਦਾ ਮਸਲਾ ਹੈ ਵੀ ਤੁਸੀਂ ਆਪਣੀ ਸਾਰੀ ਦੀ ਸਾਰੀ ਈਗੋ, ਸਾਰੇ ਦਾ ਸਾਰਾ ਹੰਕਾਰ, ਸਾਰੇ ਦਾ ਆਪਣਾ ਸਰਵਸ ਜਿਹੜਾ ਆ ਉਹਦੇ ਚਰਨਾਂ 'ਚ ਰੱਖਦੇ ਆ ਤੁਸੀਂ ਉਸ ਅਹੁਦੇ ਦੇ ਤੇ ਉਸ ਬਿਲਡਿੰਗ ਦੇ ਤੇ ਉਸ ਇੰਸਟੀਟਿਊਸ਼ਨ ਦੇ, ਫਿਰ ਤੁਸੀਂ ਉਹਦੇ ਲਈ ਕੰਮ ਵੀ ਕਰਕੇ ਦਿਖਾਓ। ਉਹ ਜਿਹੜੀਆਂ ਸਾਰੀਆਂ ਚੀਜ਼ਾਂ ਆ ਉੱਥੋਂ ਨਜ਼ਰ ਆਉਂਦੀਆਂ ਆ ਕਿ ਚਰਨਜੀਤ ਚੰਨੀ ਜਾਂ ਪੰਜਾਬ ਕਾਂਗਰਸ ਜਿਹੜੀ ਸਾਰੀ ਆ ਉਹ ਹਾਲੀ ਇਸ ਮਸਲੇ ਤੇ ਆ ਕਿ ਅਸੀਂ ਕੁਝ ਲੋਲੀਪੌਪ ਟਾਈਪ ਦੀ ਰਾਜਨੀਤੀ ਜਿਹੜੀ ਆ, ਕੁਝ ਲੋੜਾਂ ਵਾਲੀ ਰਾਜਨੀਤੀ, ਕੁਝ ਦੇਣ ਵਾਲੀ ਰਾਜਨੀਤੀ ਕਰ ਲਈਏ ਤੇ ਮੁੱਦਿਆਂ ਤੋਂ ਜਿਹੜਾ ਧਿਆਨ ਆ ਉਹ ਪਾਸੇ ਰੱਖੀਏ ਜੀ। ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਗੱਲ ਆ, ਉਹ ਪੱਤਰਕਾਰ ਵੀ ਜਿੰਨੇ ਉਹਨਾਂ ਨੂੰ ਸਵਾਲ ਪੁੱਛਦੇ ਆ ਉਹ ਸਟੀਕ ਜਵਾਬ ਵੀ ਦਿੰਦੇ ਨਜ਼ਰ ਆਉਂਦੇ ਆ। ਬਿਲਕੁਲ। ਕਿਤੇ ਉਹਨਾਂ ਦੀ ਕਮੀਆਂ ਵੀ ਹੋ ਸਕਦੀਆਂ, ਪਰ ਸਰਕਾਰ ਲਈ ਇਹ 2 ਅਹੁਦਿਆਂ ਨੂੰ ਹੀ ਮੁੱਦਾ ਬਣਾ ਲੈਣਾ, ਬਿਲਕੁਲ, ਇਹ ਸਮਝ ਨਹੀਂ ਆਉਂਦਾ। ਇੱਥੇ ਇੱਕ ਗੱਲ ਹੋਰ ਹੋ ਸਕਦੀ ਹੈ, ਹਾਲਾਂਕਿ ਹੋ ਸਕਦਾ ਬਹੁਤ ਸਾਰੇ ਲੋਕ ਇਹਨਾਂ ਨਾਲ ਸਹਿਮਤ ਹੋਣ ਜਾਂ ਨਾ ਹੋਣ ਇਸ ਗੱਲ ਨਾਲ। ਇਦਾਂ ਵੀ ਹੋ ਸਕਦੀ ਆ ਕਿ ਇਹ ਸਾਰੇ ਦਾ ਸਾਰਾ ਜਿਹੜਾ ਆ ਇੱਕ ਨਾਟਕ ਹੀ ਹੋਵੇ, ਕਿਉਂਕਿ 2 ਦਿਨ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ 'ਚ ਬੋਲਦੇ ਸੀ ਤੇ ਬਹੁਤ ਸਾਰੀਆਂ ਗੱਲਾਂ ਕਰਦੇ ਨਜ਼ਰ ਆਏ ਤੇ ਅਗਲੇ 2-3 ਘੰਟੇ ਬਾਅਦ ਹੀ ਕਹਾਣੀ ਇਹ ਨਜ਼ਰ ਆਈ ਕਿ ਉਹ ਤੇ ਇਕੱਠੇ ਇੱਕ ਹੀ ਹੈਲੀਕਾਪਟਰ 'ਚ ਬੈਠ ਕੇ ਕੇਦਾਰਨਾਥ ਚਲੇ ਗਏ। ਬਿਲਕੁਲ। ਅੱਜ 11 ਵਜੇ ਉਹ ਪ੍ਰੈਸ ਕਾਨਫਰੰਸ ਕਰਦੇ ਆ, ਬੜੀਆਂ ਵਧੀਆ ਗੱਲਾਂ ਕਰਦੇ ਨੇ, ਮੁੱਦੇ ਵੀ ਉਠਾਉਂਦੇ ਨੇ ਤੇ 2 ਵਜੇ
ਉਹਨਾਂ ਦੀ ਜਿਹੜੀ ਮੀਟਿੰਗ ਆ ਉਹ ਚੰਨੀ ਸਾਹਿਬ ਨਾਲ ਹੁੰਦੀ ਆ। ਪ੍ਰਗਟ ਸਿੰਘ ਵੀ ਉਸ ਮੀਟਿੰਗ 'ਚ ਹਾਜ਼ਰ ਸੀ ਤੇ ਨਾਲ ਦੀ ਨਾਲ ਹਰੀਸ਼ ਚੌਧਰੀ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਉਹ ਵੀ ਉਸ ਮੀਟਿੰਗ 'ਚ ਨਜ਼ਰ ਸੀ ਜੀ। ਹੁਣ ਉਸ ਮੀਟਿੰਗ 'ਚ ਕੀ ਹੋਇਆ ਕੀ ਨਹੀਂ ਹੋਇਆ ਇਹ ਤੇ ਵੱਖਰੀ ਗੱਲ ਆ। ਕੇਦਾਰਨਾਥ ਉਹ ਗਏ, ਉਹਨਾਂ ਦੀ ਉੱਥੇ ਕਿੰਨੀ ਕੁ ਗੱਲਬਾਤ ਹੋਈ ਕਿੰਨੀ ਕੁ ਨਹੀਂ ਹੋਈ ਉਹਦੇ ਬਾਰੇ ਨਾ ਤਾਂ ਨਵਜੋਤ ਸਿੰਘ ਸਿੱਧੂ ਨੇ ਕੁਝ ਬੋਲਿਆ ਤੇ ਨਾ ਹੀ ਚਰਨਜੀਤ ਸਿੰਘ ਚੰਨੀ ਜੀ ਨੇ ਕੁਝ ਉਹਦੇ 'ਚ ਬੋਲਿਆ। ਪਰ ਇੱਕ ਗੱਲ ਹੋਰ ਜਿਹੜੀ ਮੈਂ ਇਸ ਦੋਨਾਂ ਚੀਜ਼ਾਂ ਨੂੰ ਦੋਨਾਂ ਲੀਡਰਾਂ ਨੂੰ ਵੱਡਿਆਂ ਦੀਆਂ ਨੂੰ ਆਪਸ ਦੀਆਂ ਗੱਲਾਂ ਨੂੰ ਨਾਟਕ ਇਸ ਕਰਕੇ ਕਹਿ ਰਿਹਾ ਕਿਉਂਕਿ ਇਹਦੇ ਨਾਲ ਇੱਕ ਗੱਲ ਜ਼ਰੂਰ ਹੋਈ ਆ ਕਿ ਦੂਜੀਆਂ ਸਾਰੀਆਂ ਹੀ ਸਿਆਸੀ ਧਿਰਾਂ ਜਿਹੜੀਆਂ ਆ ਉਹ ਫੋਕਸ ਤੋਂ ਬਾਹਰ ਨਜ਼ਰ ਆਉਂਦੀਆਂ। ਨਾ ਤੇ ਆਮ ਆਦਮੀ ਪਾਰਟੀ ਕੋਲ ਕੋਈ ਮੁੱਦਾ ਜਾਂ ਕੋਈ ਕਹਾਣੀ ਜਾਂ ਕੋਈ ਸਟੋਰੀ ਨਜ਼ਰ ਆਉਂਦੀ ਆ ਤੇ ਨਾ ਹੀ ਸੁਖਬੀਰ ਸਿੰਘ ਬਾਦਲ ਵਾਲੀ ਜਿਹੜੀ ਲੀਡ ਕਰਦੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਾਲੀ ਉਹਦੇ ਕੋਲ ਨਜ਼ਰ ਆਉਂਦੀ ਹੈ। ਹਾਲਾਂਕਿ ਉਹ ਬੀਤੇ ਦਿਨੀ ਇੱਕ ਦੋ ਵਾਰ ਇਕੱਠੇ ਕਿਤੇ ਹੋਏ ਜ਼ਰੂਰ ਆ। ਕੱਲ ਵੀ ਉਹ DAP ਦੀ ਖਾਦ ਦੀ ਕਮੀ ਨੂੰ ਲੈ ਕੇ ਕੁਝ ਧਰਨੇ ਪ੍ਰਦਰਸ਼ਨ ਕਰਦੇ ਨਜ਼ਰ ਆਏ ਪਰ ਉਹ ਸਿਰਫ ਔਰ ਸਿਰਫ ਇੱਕ ਅਖਬਾਰ ਦੀ ਸੁਰਖੀ ਤੱਕ ਹੀ ਹੈ। ਉਸ ਤੋਂ ਬਾਅਦ ਉਹਨਾਂ ਦਾ ਕੋਈ ਪੰਜਾਬ ਦੇ ਵਿੱਚ ਹੋ ਹੱਲਾ ਨਜ਼ਰ ਨਹੀਂ ਆ ਰਿਹਾ। ਜੀ ਸ਼ਰਮਾ ਜੀ, ਇਸ ਚਰਚਾ ਨੂੰ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੋ ਸ਼ਰਮਾ ਜੀ, ਜੇ ਹੁਣ ਅਸੀਂ ਗੱਲ ਕਰ ਲਈਏ ਪੰਜਾਬੀ ਭਾਸ਼ਾ ਦੀ, ਪੰਜਾਬ ਵਿੱਚ ਰਹਿੰਦਿਆਂ ਹੀ ਜੇ ਬੱਚਿਆਂ ਨੂੰ ਪੰਜਾਬੀ ਨਾ ਪੜ੍ਹਾਈ ਜਾਵੇ ਤਾਂ ਇਹ ਹੈ ਹੀ ਹੈ ਕਿ ਉਹਨਾਂ ਦਾ ਬੇਸ ਹੈ ਜਿਹੜਾ ਉਹ ਕਮਜ਼ੋਰ ਹੋ ਜਾਏਗਾ ਪੰਜਾਬੀ ਨੂੰ ਲੈ ਕੇ ਤੇ ਅੱਗੋਂ ਉਹ ਪੰਜਾਬੀ ਨੂੰ ਚੰਗੀ ਤਰ੍ਹਾਂ ਨਾ ਪੜ੍ਹ ਸਕਣਗੇ ਨਾ ਲਿਖ ਸਕਣਗੇ। ਸੋ ਇਸੇ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਵੱਲੋਂ ਇੱਕ ਸਕੂਲਾਂ ਨੂੰ ਫਰਮਾਨ ਜਾਰੀ ਕਰ ਦਿੱਤਾ ਗਿਆ, ਨਿੱਜੀ ਸਕੂਲਾਂ ਨੂੰ, ਉਹਨਾਂ ਸਕੂਲਾਂ ਨੂੰ ਜਿਨ੍ਹਾਂ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਸੀ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਇਹ ਜ਼ਰੂਰੀ ਵਿਸ਼ਾ ਹੈ, ਪੜ੍ਹਾਈ ਜਾਏਗੀ। ਸਰਕਾਰੀ ਜਿਹੜੇ ਦਫ਼ਤਰ ਹੈ ਉਹਨਾਂ ਦੇ ਵਿੱਚ ਵੀ ਪੰਜਾਬੀ ਲਾਜ਼ਮੀ ਕਰ ਦਿੱਤੀ ਗਈ ਹੈ, ਨਹੀਂ ਤਾਂ ਮੋਟਾ ਜਿਹਾ ਜੁਰਮਾਨਾ ਰੱਖ ਦਿੱਤਾ ਗਿਆ। ਕੀ ਕਹਿਣਾ ਚਾਹੋਗੇ? ਹਰਪ੍ਰੀਤ ਜੀ, ਜਦੋਂ ਦੇ ਅਸੀਂ ਸਕੂਲਾਂ 'ਚ ਪੜ੍ਹਦੇ ਹਾਂ ਉਦੋਂ ਦੀਆਂ ਹੀ ਇਹ ਗੱਲਾਂ ਸੁਣਦੇ ਹਾਂ। ਬਿਲਕੁਲ। ਤੇ ਉਦੋਂ ਤੋਂ ਹੀ ਇਹ ਜਿਹੜਾ ਮਸਲਾ ਆ ਉਹਦੇ ਬਾਰੇ ਦੇਖਦੇ ਹਾਂ। ਮੈਨੂੰ ਬੀਤੇ ਸਾਲ ਕੁ ਪਹਿਲਾਂ ਦੀ ਗੱਲ ਸਮਝ ਲਓ। ਮੇਰਾ ਨਿੱਜੀ ਅਨੁਭਵ ਮੈਂ ਤੁਹਾਨੂੰ ਦੱਸਦਾ। ਮੈਂ ਆਪਣੀ ਬੇਟੀ ਦੇ ਸਕੂਲ ਗਿਆ ਜੀ, ਪੇਰੈਂਟਸ ਦੀ ਮੀਟਿੰਗ ਸੀ ਤੇ ਮੈਨੂੰ ਜਾਣਾ ਪਿਆ ਤੇ ਉੱਥੇ ਉਹ ਜਿਹੜੀ ਮੈਡਮ ਆ, ਜਿਹੜੇ ਟੀਚਰ ਪੰਜਾਬੀ ਪੜ੍ਹਾ ਰਹੇ ਨੇ ਉਹ ਵੀ ਹਿੰਦੀ ਦੇ ਵਿੱਚ ਜਾਂ ਅੰਗਰੇਜ਼ੀ 'ਚ ਗੱਲ ਕਰਦੇ ਨੇ ਜੀ। ਅਸਲ ਦੇ ਵਿੱਚ ਅਸੀਂ ਪੰਜਾਬੀ ਲੋਕਾਂ ਨੇ ਇੱਕ ਇੱਦਾਂ ਬਣਾ ਲਿਆ ਵੀ ਜੇ ਅਸੀਂ ਅੰਗਰੇਜ਼ੀ ਬੋਲਦੇ ਹਾਂ ਤੇ ਅਸੀਂ ਬਹੁਤ ਸੱਭਿਅਕ ਹਾਂ, ਜੇ ਅਸੀਂ ਹਿੰਦੀ ਬੋਲਦੇ ਹਾਂ ਤੇ ਅਸੀਂ ਬਹੁਤ ਪੜ੍ਹੇ ਲਿਖੇ ਨਜ਼ਰ ਆਉਂਦੇ ਹਾਂ, ਤੇ ਜੇਕਰ ਅਸੀਂ ਸੂਟਡ ਬੂਟਡ ਹਾਂ ਜਾਂ ਸੋਹਣੇ ਫੱਬਦੇ ਕੱਪੜੇ ਪਾ ਕੇ ਆਉਂਦੇ ਹਾਂ ਫੇਰ ਹੀ ਅਸੀਂ ਸਮਝਦਾਰ ਤੇ ਸਿਆਣੇ ਲੱਗਦੇ ਹਾਂ। ਬਿਲਕੁਲ। ਪੰਜਾਬ ਦਾ ਇੱਕ ਬਹੁਤ ਚੰਗਾ ਫਿਲਮ ਡਾਇਰੈਕਟਰ ਆ, ਉਹ ਇੱਕ ਵਾਰ ਆਪਣੀ ਫੇਸਬੁੱਕ ਤੇ ਲਿਖਦਾ ਕਿ ਮੈਂ ਬੰਬੇ ਦੇ ਵਿੱਚ ਜੇ ਸਿਰ ਤੇ ਪਰਨਾ ਬੰਨ੍ਹ ਕੇ ਘੁੰਮਦਾ ਹੋਵਾਂ ਤੇ ਕੋਈ ਮੈਨੂੰ ਅਨਪੜ੍ਹ ਜਾਂ ਗਵਾਰ ਜਾਂ ਦੇਸੀ ਜਾਂ ਪੇਂਡੂ ਨਹੀਂ ਸਮਝਦਾ। ਤੇ ਉਹ ਕਹਿੰਦਾ ਜਦ ਮੈਂ ਇੱਥੇ ਆਪਣੇ ਪੰਜਾਬ ਦੇ ਸ਼ਹਿਰ 'ਚ ਇਹੋ ਜਿਹਾ ਪਰਨਾ ਬੰਨ੍ਹ ਕੇ ਕਿਸੇ ਸਟੋਰ ਤੋਂ ਕੋਈ ਸਮਾਨ ਲੈਣ ਚਲਾ ਜਾਵਾਂ ਤੇ ਉਹ ਜਿਹੜੀ ਸਮਾਨ ਦੇਣ ਵਾਲਾ ਸੇਲਜ਼ਮੈਨ ਜਾਂ ਸੇਲਜ਼ ਕਰ ਲਿਆ ਤੇ ਉਹ ਮੈਨੂੰ ਪਹਿਲਾਂ ਤਾਂ ਗੌਰ ਨਾਲ ਨਿਹਾਰਦੇ ਨੇ ਤੇ ਬਾਅਦ ਵਿੱਚ ਮੈਨੂੰ ਉਹ ਮਹਿੰਗਾ ਸਮਾਨ ਜਾਂ ਦੂਜਾ ਚੰਗਾ ਇਲੈਕਟ੍ਰੋਨਿਕ ਜਾਂ ਕੋਈ ਗੈਜਟ ਦੇਣ ਤੋਂ ਪਹਿਲਾਂ ਮੈਨੂੰ ਉਹ ਚਲਾਉਣਾ ਵੀ ਸਮਝਾਉਂਦੇ ਨੇ। ਕਿਉਂ? ਜੋ ਉਹ ਸਿਰਫ ਔਰ ਸਿਰਫ ਮੇਰੀ ਸੂਰਤ ਤੋਂ ਤੇ ਮੇਰੇ ਕੱਪੜਿਆਂ ਤੋਂ ਮੈਨੂੰ ਜੱਜ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹ ਤਾਂ ਇੱਕ ਨਜ਼ਰੀਆ ਹੈਗਾ ਆ ਸਾਡਾ ਕਿਸੇ ਵੀ ਬੰਦੇ ਨੂੰ ਦੇਖਣ ਦਾ, ਸਮਝਣ ਦਾ ਤੇ ਪਰਖਣ ਦਾ। ਸਾਨੂੰ ਲੱਗਦਾ ਆ ਕਿ ਜੇ ਅਸੀਂ ਹਿੰਦੀ ਤੇ ਅੰਗਰੇਜ਼ੀ ਬੋਲਦੇ ਹਾਂ ਫੇਰ ਹੀ ਅਸੀਂ ਸਮਝਦਾਰ ਹਾਂ, ਸੂਝਵਾਨ ਹਾਂ ਤੇ ਪੜ੍ਹੇ ਲਿਖੇ ਹਾਂ। ਆਪਣੀ ਭਾਸ਼ਾ ਨੂੰ ਅਸੀਂ ਘੱਟ ਕਰਕੇ ਅੰਗਦੇ ਹਾਂ। ਬਿਲਕੁਲ। ਜੇਕਰ ਮੈਂ ਦੁਨੀਆ ਦੀਆਂ ਬਹੁਤ ਵੱਡੀਆਂ ਸ਼ਕਤੀਆਂ ਦੀ ਗੱਲ ਕਰਾਂ ਜਿਨ੍ਹਾਂ ਨੇ ਬਹੁਤ ਮਾਰ ਕੇ ਮਾਰੇ ਨੇ ਤੇ ਉਹਨਾਂ 'ਚ ਜਾਪਾਨ ਤੇ ਜਰਮਨ ਦੀ ਗੱਲ ਜਿਹੜੀ ਆ ਉਹ ਜ਼ਿਆਦਾ ਸਾਹਮਣੇ ਆਉਂਦੀ ਆ ਜੀ। ਉੱਥੇ ਸਾਰੀ ਦੀ ਸਾਰੀ ਪੜ੍ਹਾਈ ਉਹਨਾਂ ਦੀ ਆਪਣੀ ਭਾਸ਼ਾ 'ਚ ਕਰਾਈ ਜਾਂਦੀ ਹੈ। ਜਦੋਂ ਅਸੀਂ ਸਾਇੰਟੀਫਿਕਲੀ ਦੇਖਦੇ ਹਾਂ ਤੇ ਮਦਰ ਟੰਗ ਦੀ ਜਾਂ ਮਾਂ ਬੋਲੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਹ ਉਹ ਜ਼ੁਬਾਨ ਆ ਜਿਹੜੀ ਅਸੀਂ ਜੰਮਦੇ ਸਾਰ ਹੀ, ਜਾਂ ਸਾਇੰਸ ਤਾਂ ਇਹ ਵੀ ਕਹਿੰਦੀ ਹੈ ਕਿ ਜਦੋਂ ਅਸੀਂ ਮਾਂ ਦੇ ਪੇਟ 'ਚ ਹੀ ਹੁੰਨੇ ਆ ਉਦੋਂ ਤੋਂ ਹੀ ਸੁਣਨ, ਸਮਝਣ ਤੇ ਮਹਿਸੂਸਣ ਲੱਗ ਜਾਂਦੇ ਆ ਜੀ। ਪਤਾ ਨਹੀਂ ਇਹ ਕਿਵੇਂ ਸਾਡੇ 'ਚ ਇਹ ਵਰਤਾਰਾ ਆਇਆ ਕਿ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਅਡਾਪਟ ਕਰਦੇ ਦੂਜੀਆਂ ਭਾਸ਼ਾ ਨੂੰ ਅਪਣਾਉਂਦੇ ਅਸੀਂ ਆਪਣੀ ਭਾਸ਼ਾ ਤੋਂ ਲੋੜ ਤੋਂ ਵੱਧ ਬੇਮੁਖ ਹੋ ਗਏ। ਬਿਲਕੁਲ। ਹਿੰਦੁਸਤਾਨ ਦੀ ਇੱਕੋ ਯੂਨੀਵਰਸਿਟੀ ਤੇ ਦੁਨੀਆ 'ਚ ਦੋ ਯੂਨੀਵਰਸਿਟੀਆਂ ਮੈਂ ਪਹਿਲਾਂ ਵੀ ਕਈ ਵਾਰ ਗੱਲ ਕਰਦਾ ਜਿਹੜੀਆਂ ਭਾਸ਼ਾ ਦੇ ਆਧਾਰ ਤੇ ਬਣੀਆਂ ਹੋਈਆਂ ਜਾਂ ਜਿਨ੍ਹਾਂ ਦਾ ਨਾਮ ਭਾਸ਼ਾ ਦੇ ਆਧਾਰ ਤੇ ਆ ਜੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਹਿਬਰੂ ਯੂਨੀਵਰਸਿਟੀ ਇਜ਼ਰਾਈਲ ਦੇ ਵਿੱਚ। ਹਿਬਰੂ ਉਹਨਾਂ ਦੀ ਭਾਸ਼ਾ ਆ ਤੇ ਇਹ ਸਰਕਾਰ ਨੇ ਜੋ ਅੱਜ ਕੀਤਾ ਇਹ ਪਹਿਲਾਂ ਕਈ ਵਾਰ ਹੁੰਦਾ ਰਿਹਾ। 2008 ਦਾ ਕੋਈ ਪੰਜਾਬੀ ਭਾਸ਼ਾ ਐਕਟ ਆ ਉਹਦੇ 'ਚ ਤਰਮੀਮ ਕੀਤੀ ਆ, ਜੁਰਮਾਨੇ ਜਿਹੜੇ ਆ ਉਹ ਵਧਾ ਦਿੱਤੇ ਗਏ ਨੇ।
ਅਸੀਂ ਹਾਲਾਂਕਿ ਚੰਗੀ ਪੰਜਾਬੀ ਬੋਲਣ ਦੀ ਸ਼ਾਦੀ ਦਿੰਨੇ ਆ ਜਾਂ ਸਾਨੂੰ ਲੱਗਦਾ ਕਿ ਸਾਨੂੰ ਪੰਜਾਬੀ ਆਉਂਦੀ ਆ, ਪਰ ਸਾਡੇ ਦਰਸ਼ਕ ਜਾਣਦੇ ਆ ਕਿ ਅਸੀਂ ਵੀ ਇਸ ਪ੍ਰੋਗਰਾਮ 'ਚ ਗੱਲ ਕਰਦੇ ਕਰਦੇ ਵੀ ਕਈ ਸ਼ਬਦ ਜਿਹੜੇ ਅੰਗਰੇਜ਼ੀ ਦੇ ਵਰਤ ਲੈਨੇ ਆ। ਅੰਗਰੇਜ਼ੀ ਤੇ ਹਿੰਦੀ ਸਾਡਾ ਵੀ ਜਿਹੜਾ ਹਾਲ ਆ ਉਹ ਉਹੋ ਜਿਹਾ ਹੀ ਥੋੜਾ ਜਿਹਾ ਬਹੁਤ ਹੋ ਗਿਆ ਆ। ਹਾਲਾਂਕਿ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਸ਼ੁੱਧ ਤਰੀਕੇ ਦੇ ਨਾਲ ਹੀ ਭਾਸ਼ਾ ਦਾ ਜਿਹੜਾ ਇਸਤੇਮਾਲ ਆ ਉਹ ਕਰੀਏ ਜੀ। ਹੁਣ ਅਸੀਂ ਗੱਲ ਕਰੀਏ ਇਸ ਸਰਕਾਰ ਦੇ ਬਿੱਲ ਦੀ ਜਾਂ ਇਸ ਸਰਕਾਰ ਦੇ ਫਰਮਾਨ ਦੀ, ਤੇ ਉਸ ਤੋਂ ਪਹਿਲਾਂ ਜੇ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕਰਾਂ, ਉੱਥੇ ਭਾਸ਼ਾ ਦੇ ਆਧਾਰ ਤੇ ਕਿੰਨਾ ਕੁ ਰਿਸਰਚ ਤੇ ਕਿੰਨੀਆਂ ਕੁ ਚੇਅਰਾਂ ਸਥਾਪਿਤ ਕੀਤੀਆਂ ਗਈਆਂ ਤੇ ਕੀ ਉਹਨਾਂ ਦੇ ਆਰਥਿਕ ਹਾਲਾਤ ਨੇ, ਜਦੋਂ ਅਸੀਂ ਉਹਦੀ ਗੱਲ ਕਰਦੇ ਹਾਂ ਤਾਂ ਫਿਰ ਪਤਾ ਲੱਗਦਾ ਹੈ ਕਿ ਸਰਕਾਰਾਂ ਇਸ ਕੰਮ ਨੂੰ ਲੈ ਕੇ ਬਿਲਕੁਲ ਸੁਹਿਰਦ ਨਹੀਂ ਹਨ। ਪੂਰੇ ਪੰਜਾਬ ਦੇ ਜੇ ਸਰਕਾਰੀ ਕਾਲਜਾਂ ਦੇ ਵਿੱਚ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਅੰਕੜੇ ਇਹਨਾਂ ਨੂੰ ਦੱਸੇ ਜਾਣ, ਇਹਨਾਂ ਦੇ ਸਾਹਮਣੇ ਕੋਈ ਸ਼ੀਸ਼ਾ ਰੱਖੇ, ਤੇ ਫਿਰ ਪਤਾ ਲੱਗਦਾ ਕਿ ਸਰਕਾਰਾਂ ਦਾ ਧਿਆਨ ਜਿਹੜਾ ਆ ਉਹ ਇਸ ਪਾਸੇ ਕੌਡੀ ਜਿੰਨਾ ਵੀ ਨਹੀਂ। ਤੇ ਜੇ ਇਹੀ ਹਾਲਾਤ ਜੇਕਰ ਅਸੀਂ ਆਪਣੇ ਸਰਕਾਰੀ ਸਕੂਲਾਂ ਦੇ ਦੇਖੀਏ ਤੇ ਹਾਲ ਉੱਥੇ ਵੀ ਬਹੁਤਾ ਠੀਕ ਨਹੀਂ ਜੇ। ਸੋ ਕੁੱਲ ਮਿਲਾ ਕੇ ਭਾਸ਼ਾ ਲਈ ਨਾ ਤੇ ਲੋਕ ਸੁਹਿਰਦ ਨੇ, ਨਾ ਸਾਡਾ ਤੰਤਰ ਸੁਹਿਰਦ ਆ ਤੇ ਨਾ ਸਰਕਾਰਾਂ ਸੁਹਿਰਦ ਆ। ਜਦੋਂ ਅਸੀਂ ਪੜ੍ਹਨਾ ਨਹੀਂ ਚਾਹੁੰਦੇ, ਸਕੂਲ ਪੜ੍ਹਾਉਣਾ ਨਹੀਂ ਚਾਹੁੰਦੇ, ਪੰਜਾਬੀ ਪੜ੍ਹੇ ਨੂੰ ਇੱਥੇ ਕੋਈ ਨੌਕਰੀ ਦੇ ਕੇ ਰਾਜੀ ਨਹੀਂ, ਤੇ ਫਿਰ ਪੰਜਾਬੀ ਦਾ ਰੌਲਾ ਅਸੀਂ ਜਿੰਨਾ ਮਰਜ਼ੀ ਪਾ ਲਈਏ, ਹਾਲਾਤ ਨਹੀਂ ਜੇ ਸੁਧਰਨੇ। ਬੋਲੀ ਸਾਨੂੰ ਜਨਮ ਤੋਂ ਆਉਂਦੀ ਆ, ਅਸੀਂ ਬੋਲ ਲੈਂਦੇ ਆ, ਪੜ੍ਹ ਲੈਂਦੇ ਆ, ਸਮਝ ਲੈਂਦੇ ਆ, ਲਿਖ ਲੈਂਦੇ ਆ। ਪਰ ਮੈਂ ਅੱਜ ਵੀ ਕਹਿਣਾ ਕਿ ਤੁਸੀਂ ਪੰਜਾਬ ਦੇ ਕਿਸੇ ਵੀ ਸਕੂਲ ਦੇ ਵਿੱਚ ਚਲੇ ਜਾਓ, ਪ੍ਰਾਈਵੇਟ 'ਚ ਚਲੇ ਜਾਓ ਚਾਹੇ ਸਰਕਾਰੀ 'ਚ ਵੀ ਚਲੇ ਜਾਓ, ਤੁਹਾਨੂੰ 1 ਤੋਂ 100 ਗਿਣਤੀ ਪੰਜਾਬੀ 'ਚ ਕਰਨ ਵਾਲੇ ਨਿਆਣੇ ਘੱਟ ਮਿਲਣਗੇ। 29, 59, 99 ਦੇ ਚੱਕਰਾਂ 'ਚ ਕਈ ਫਸ ਜਾਣੇ ਨੇ। ਤੇ ਜੇ ਤੁਸੀਂ ਕਿਸੇ ਨੂੰ ਮੋਬਾਈਲ ਤੇ ਆਪਣਾ ਫੋਨ ਨੰਬਰ ਲਿਖਾਓ ਨਾ ਪੰਜਾਬੀ 'ਚ, ਤੇ ਉਹ ਕਹਿੰਦਾ ਨਹੀਂ 9845 ਵਾਲਾ ਦੱਸੋ, ਆ 9876 ਨਹੀਂ ਸਮਝ ਲੱਗਦੀ। ਜੇ ਕਿਤੇ 69, 55, 93 ਬੋਲਦੇ ਹੋ ਤੇ ਵੈਸੇ ਹੀ ਜਿਹੜਾ ਆ ਕਹਾਣੀ ਉਲਝ ਜਾਂਦੀ ਆ। ਸੋ ਇਹਨਾਂ ਦੀ ਗੱਲ ਤੇ ਉੱਥੇ ਆ ਜੀ ਕਿ ਤੁਸੀਂ ਬਿੱਲ ਪਾਸ ਕਰਕੇ ਜਾਂ ਜੁਰਮਾਨੇ ਲਾ ਕੇ ਜੇ ਬੋਲੀ ਪੜ੍ਹਾ ਸਕਦੇ ਹੁੰਦੇ ਤਾਂ ਫਿਰ ਕੰਮ ਸੌਖਾ ਸੀ। ਕਿਵੇਂ ਅਸੀਂ ਪੰਜਾਬੀ ਪੜ੍ਹਿਆਂ ਨੂੰ ਪੰਜਾਬ ਦੇ ਵਿੱਚ ਕੁਝ ਦਈਏ, ਕਿਵੇਂ ਅਸੀਂ ਉਹਨਾਂ ਪੋਸਟਾਂ ਨੂੰ ਭਰੀਏ ਤਾਂ ਜੋ ਲੋਕ ਇੱਥੇ ਰਹਿਣ ਤੇ ਇਸ ਭਾਸ਼ਾ ਦੀ ਕਦਰ ਕਰਨ। ਪੰਜਾਬ ਪੁਲਿਸ ਦੇ ਵਿੱਚ ਕੁਝ ਭਰਤੀਆਂ ਦੀ ਗੱਲ ਚੱਲਦੀ ਆ ਤੇ ਰੌਲਾ ਇਹ ਪਿਆ ਹੋਇਆ ਕਿ ਉੱਥੇ ਵੀ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਲੋਕਾਂ ਦੀ ਜਿਹੜੀ ਭਰਤੀ ਆ ਉਹ ਵੱਧ ਹੋਈ ਆ। ਚੰਡੀਗੜ੍ਹ ਦੇ ਵਿੱਚ ਜਦੋਂ ਭਰਤੀ ਹੁੰਦੀ ਆ ਉੱਥੇ ਵੀ ਇਹੀ ਹਾਲ ਆ, ਜਦੋਂ ਕਿਤੇ ਹੋਰ ਸਟੇਟਾਂ ਦੇ ਵਿੱਚ ਜਿਹੜੀ ਭਰਤੀ ਹੁੰਦੀ ਆ ਰੌਲਾ ਉੱਥੇ ਵੀ ਇਹੀ ਆ। ਚੰਡੀਗੜ੍ਹ ਦੇ ਵਿੱਚ ਹਾਲਾਂਕਿ ਹਾਲਾਤ 60-40 ਦੇ ਨੇ ਕਿ 60% ਜਿਹੜੀ ਭਰਤੀ ਆ ਉਹ ਪੰਜਾਬੀਆਂ ਦੀ ਹੋਣੀ ਆ ਤੇ 40% ਹਰਿਆਣੇ ਵਾਲਿਆਂ ਦੀ ਹੋਣੀ ਆ। ਪਰ ਜੇਕਰ ਬੀਤੇ ਦੇ ਅੰਕੜੇ ਦੇਖੀਏ ਤਾਂ ਕਹਿੰਦੇ ਪਿੱਛੇ ਜੇ 200 ਪੋਸਟਾਂ ਦੀ ਭਰਤੀ ਹੋਈ ਆ, 199 ਹਰਿਆਣੇ ਦੇ ਬੰਦੇ ਭਰਤੀ ਕੀਤੇ ਗਏ ਤੇ 1 ਪੰਜਾਬ ਦਾ। ਇਹ ਅੱਜ ਹੀ ਮੈਂ ਕਿਸੇ ਚੈਨਲ ਤੋਂ ਗੱਲ ਸੁਣੀ ਜੀ। ਸੋ ਹਾਲਾਤ ਇਹ ਨੇ ਕਿ ਗੱਲ ਸਿਰਫ ਜੁਰਮਾਨੇ ਲਾਉਣ ਨਾਲ ਪੰਜਾਬੀ ਦਾ ਭਲਾ ਨਹੀਂ ਹੋਣਾ, ਸਿਰਫ ਔਰ ਸਿਰਫ ਸਕੂਲਾਂ ਨੂੰ ਫਰਮਾਨ ਜਾਰੀ ਕਰਨ ਨਾਲ ਭਲਾ ਨਹੀਂ ਹੋਣਾ। ਇੱਥੇ ਬਹੁਤ ਸਾਰੇ ਸਕੂਲ ਅਜਿਹੇ ਨੇ ਜਿਹੜੇ ਕਿ ਅਲੱਗ-ਅਲੱਗ ਹੋਰ ਬੋਰਡਸ ਜਿਹੜੇ ਨੇ ਉਹ ਚਲਾ ਰਹੇ ਨੇ, ਚਾਹੇ ਉਹ CBSE ਆ, ਚਾਹੇ ਉਹ ICSE ਆ, ਚਾਹੇ ਉਹ ਨਵੋਦਿਆ ਆ, ਜਿਹੜੇ ਕਿ ਕੇਂਦਰ ਸਰਕਾਰ ਦੀ ਫੰਡਿੰਗ ਨਾਲ ਜਾਂ ਕੇਂਦਰ ਸਰਕਾਰ ਤੋਂ ਚੱਲਦੇ ਨੇ। ਕੀ ਪੰਜਾਬ ਸਰਕਾਰ ਕੋਈ ਅਜਿਹਾ ਮਾਹੌਲ ਬਣਾਉਣ ਲਈ ਵਚਨਬੱਧਤਾ ਆਪਣੀ ਦੁਹਰਾਉਂਦੀ ਆ? ਬਿਆਨ ਤੇ ਜ਼ਰੂਰ ਦਿੰਦੇ ਨੇ। ਕੀ ਕੋਈ ਅਜਿਹਾ ਕੰਮ ਕਰਨ ਦੀ ਇਹਨਾਂ ਦੀ ਮਨਸ਼ਾ ਨਜ਼ਰ ਆਉਂਦੀ ਆ ਜਿਹਦੇ ਨਾਲ ਪੰਜਾਬੀ ਦਾ ਸਾਡਾ ਜਿਹੜਾ ਮਿਆਰ ਆ ਨਜ਼ਰ ਆਉਂਦਾ ਹੋਵੇ? ਕੀ ਕਿਸੇ ਵੀ ਸਕੂਲ ਦੇ ਵਿੱਚ ਚੰਗੀਆਂ ਲਾਇਬ੍ਰੇਰੀਆਂ ਜਾਂ ਲਾਇਬ੍ਰੇਰੀਅਨ ਪੂਰੇ ਹਨ? ਕੀ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਪੜ੍ਹਨ ਲਈ ਉਤਸੁਕ ਕਰ ਰਹੇ ਹਾਂ? ਕੀ ਸਾਡੇ ਕੋਲ ਲੋੜੀਂਦਾ ਸਾਹਿਤ ਜਿਹੜਾ ਆ, ਲਿਖਿਆ ਤੇ ਬਹੁਤ ਹੋਇਆ, ਕੀ ਉਹ ਪਬਲਿਸ਼ ਕੀਤਾ ਜਾ ਰਿਹਾ? ਜਦੋਂ ਅਸੀਂ ਜਲੰਧਰ ਵਿੱਚ ਹੀ ਬੈਠੇ ਕਿਤਾਬਾਂ ਵਾਲੇ ਬੰਦਿਆਂ ਨਾਲ ਗੱਲਬਾਤ ਕਰਦੇ ਹਾਂ, ਰਜਿੰਦਰ ਬਿਮਲ ਜੀ ਨੇ ਸਾਡੇ ਇੱਕ ਜਾਣਕਾਰ, ਅਸੀਂ ਜਦੋਂ ਉਹਨਾਂ ਨਾਲ ਕਿਤਾਬਾਂ ਦੀ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਆ ਕਿ ਕਿਤਾਬਾਂ ਬੇਸ਼ੁਮਾਰ ਮਹਿੰਗੀਆਂ ਨੇ, ਕੌਣ ਇਹਨਾਂ ਨੂੰ ਲਵੇ ਤੇ ਕੌਣ ਇਹਨਾਂ ਨੂੰ ਪੜ੍ਹੇ। ਹਰ ਗੱਲ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਲੁਕੀਆਂ ਹੋਈਆਂ ਨੇ। ਇਹਨਾਂ ਨੇ ਇੱਕ ਸਿਰਫ ਔਰ ਸਿਰਫ ਆਪਣੇ ਤੋਂ ਇੱਕ ਉਲਾਮਾ ਜਿਹਾ ਲਾਤਾ ਕਿ ਅਸੀਂ ਜੁਰਮਾਨਾ ਲਾਉਨੇ ਉਹਨਾਂ ਸਕੂਲਾਂ ਦੇ ਉੱਤੇ ਕਿ ਉਹਦੇ ਨਾਲ ਜਿਹੜੀ ਆ ਪੰਜਾਬੀ ਦਾ ਭਲਾ ਹੋਵੇਗਾ। ਪਰ ਪੰਜਾਬੀ ਦਾ ਭਲਾ ਹੋਣਾ ਇੰਨਾ ਸੌਖਾ ਨਹੀਂ ਨਾ ਸਰਕਾਰਾਂ ਦੇ ਕੀਤਿਆਂ। ਪਰ ਦੂਜੇ ਪਾਸੇ ਜਦੋਂ ਅਸੀਂ ਉਹਦਾ ਦੂਸਰਾ ਇੱਕ ਪਾਸਾ ਦੇਖਦੇ ਹਾਂ ਤਾਂ ਫਿਰ ਸਾਨੂੰ ਲੱਗਦਾ ਹੈ ਕਿ ਇਹ ਜੋ ਮਰਜ਼ੀ ਕਰਨ, ਜਿੰਨਾ ਮਰਜ਼ੀ ਰੌਲਾ ਪਾਉਣ, ਤੇ ਪੰਜਾਬੀ ਦਾ ਨੁਕਸਾਨ ਭਾਵੇਂ ਹੋ ਰਿਹਾ ਪਰ ਭਾਸ਼ਾ ਜਿਹੜੀ ਆ ਉਹ ਖਤਮ ਹੋਣ ਵਾਲੇ ਪਾਸੇ ਨਹੀਂ ਜਾ ਰਹੀ, ਕਿਉਂਕਿ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ, ਬਹੁਤ ਸਾਰੇ ਲੇਖਕ, ਬਹੁਤ ਸਾਰੇ ਸਾਹਿਤਕਾਰ ਤੇ ਦੇਸ਼ ਦੁਨੀਆ 'ਚ ਬੈਠੇ ਪੰਜਾਬੀ ਇਹਦੀ ਭਲੇ ਲਈ, ਇਹਦੇ ਨਾਲ ਜੁੜੇ ਹੋਣ ਕਰਕੇ ਬਹੁਤ ਸਾਰੇ ਕੰਮ ਵੀ ਅਜਿਹੇ ਕਰਦੇ ਨੇ।
ਅਸੀਂ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹਾਂ ਜਿਹੜੇ ਦੁਨੀਆ ਦਾ ਬੇਸ਼ਕੀਮਤੀ ਸਾਹਿਤ ਜਿਹੜਾ ਆ ਉਹਨੂੰ ਪੰਜਾਬੀ 'ਚ ਤਰਜਮਾ ਕਰਦੇ ਨੇ। ਮੈਂ ਦੱਸਣਾ ਚਾਹੁੰਦਾ ਕਿ ਬੀਤੇ ਦਿਨੀ ਸਾਡੇ ਹੀ ਇੱਕ ਬਹੁਤ ਨੇੜੇ ਦੇ ਪ੍ਰੋਫੈਸਰ ਰਾਜੇਸ਼ ਕੁਮਾਰ ਸ਼ਰਮਾ ਜੀ ਨੇ, ਉਹਨਾਂ ਨੇ ਬੰਗਲਾ ਸਾਹਿਤ ਦੇ ਵਿੱਚ ਰਵਿੰਦਰਨਾਥ ਟੈਗੋਰ ਦੀਆਂ ਕਵਿਤਾਵਾਂ ਨੂੰ ਪੰਜਾਬੀ 'ਚ ਤਰਜਮਾ ਕਰਕੇ ਛਾਪਿਆ ਜੀ। ਸੋ ਬਹੁਤ ਸਾਰੇ ਲੋਕ ਨੇ ਜਿਹੜਾ ਚੰਗਾ ਕੰਮ ਕਰ ਰਹੇ ਨੇ, ਪਰ ਸਕੂਲਾਂ ਨੂੰ ਸਿਰਫ ਜੁਰਮਾਨੇ ਲਾ ਦੇਣ ਨਾਲ ਮਸਲਾ ਹੱਲ ਨਹੀਂ ਹੋਣਾ। ਪੋਸਟਾਂ ਜਿਹੜੀਆਂ ਪੂਰੀਆਂ ਭਰਨੀਆਂ ਪੈਣਗੀਆਂ, ਮਿਆਰ ਜਿਹੜਾ ਆ ਉਹਦੇ ਵਿੱਚ ਸੁਧਾਰ ਕਰਨਾ ਪਵੇਗਾ, ਤੇ ਸਭ ਤੋਂ ਵੱਡੀ ਗੱਲ ਆ ਕਿ ਜੇ ਕੋਈ ਬੰਦਾ ਪੰਜਾਬੀ ਪੜ੍ਹ ਲੈਂਦਾ, ਜੇ ਕੋਈ ਪੰਜਾਬੀ 'ਚ ਮੁਹਾਰਤ ਹਾਸਲ ਕਰਦਾ ਆ ਤੇ ਉਹਨੂੰ ਮਿਲਦਾ ਕੀ ਆ। ਸਰਕਾਰਾਂ ਤੇ ਕਹਿੰਦੀਆਂ ਕਿ ਅਸੀਂ ਅਗਲੇ ਜਦੋਂ ਸਰਕਾਰ ਬਣਾ ਲਾਂਗੇ ਤੇ ਅਸੀਂ ਆਈਲੈਟ ਜਿਹੜੀ ਆ ਉਹ ਪੜ੍ਹਨੀ ਸਰਕਾਰੀ ਤੌਰ ਤੇ ਸੌਖੀ ਕਰ ਦਿਆਂਗੇ। ਉਹ ਤਾਂ ਚਾਹੁੰਦੇ ਨੇ ਕਿ ਇੱਥੋਂ ਜਿਹੜਾ ਵੀ ਪੜ੍ਹਦਾ ਲਿਖਦਾ ਆ ਉਹ ਕਿਤੇ ਨਾ ਕਿਤੇ ਜਾਵੇ ਤੇ ਸਾਡੀ ਜਾਨ ਇੱਥੋਂ ਛੁੱਟੇ, ਅਸੀਂ ਨਾ ਤੇ ਕਿਸੇ ਨੂੰ ਰੁਜ਼ਗਾਰ ਦੇਣ ਦੇ ਮਸਲੇ 'ਚ ਰਹੀਏ ਤੇ ਨਾ ਸਾਡੀ ਕੋਈ ਜ਼ਿੰਮੇਵਾਰੀ ਤੈਅ ਹੋਵੇ ਜੀ। ਸੋ ਸ਼ਰਮਾ ਜੀ, ਇਹ ਤਾਂ ਸੀ ਪੰਜਾਬੀ ਭਾਸ਼ਾ ਦੀ ਗੱਲ, ਤੇ ਹੁਣ ਅਸੀਂ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਪੈਟਰੋਲ ਤੇ ਡੀਜ਼ਲ ਦੇ ਮੁੱਦੇ ਤੇ। ਬ੍ਰੇਕ ਤੋਂ ਬਾਅਦ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਸ਼ਰਮਾ ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਪੈਟਰੋਲ ਤੇ ਡੀਜ਼ਲ ਹੈ ਜਿਹੜਾ ਪੰਜਾਬ ਦੇ ਵਿੱਚ ਸਸਤਾ ਹੋ ਗਿਆ ਜਾਂ ਇਹ ਕਹੀਏ ਕਿ ਪਹਿਲਾਂ ਮਹਿੰਗਾ ਕਰਦੇ ਕਰਦੇ ਜਦੋਂ ਦੇ ਵਿੱਚ 5 ਕੇ 10 ਰੁਪਏ ਦੀ ਕਟੌਤੀ ਕਰ ਦਿੱਤੀ ਜਾਂਦੀ ਤਾਂ ਅਸੀਂ ਬਹੁਤ ਖੁਸ਼ ਹੁੰਦੇ ਹਾਂ ਕਿ ਪੈਟਰੋਲ ਸਸਤਾ ਹੋ ਗਿਆ ਹੈ, ਪਰ ਉਹ ਕਿੰਨਾ ਕੁ ਸਸਤਾ ਹੋ ਜਾਂਦਾ ਹੈ ਇਹ ਆਮ ਜਨਤਾ ਚੰਗੀ ਤਰ੍ਹਾਂ ਜਾਣਦੀ ਹੈ। ਕੀ ਕਹਿਣਾ ਚਾਹੋਗੇ? ਤੁਸੀਂ ਸਾਰੀ ਗੱਲ ਕਹਿ ਦਿੱਤੀ ਹਰਪ੍ਰੀਤ ਜੀ। ਹਾਲਾਤ ਇੰਨੇ ਬੁਰੇ ਨੇ ਕਿ ਡਾਢਾ ਤੁਹਾਨੂੰ ਮਾਰਦਾ ਵੀ ਆ ਤੇ ਰੋਣ ਵੀ ਨਹੀਂ ਦਿੰਦਾ। ਬਿਲਕੁਲ, ਸਰਕਾਰਾਂ ਦੇ ਕੰਮ ਤਾਂ ਸੀਗੇ ਕਿ ਲੋਕਾਂ ਲਈ, ਲੋਕਾਂ ਦੁਆਰਾ ਤੇ ਲੋਕਾਂ ਦੀ ਚੁਣੀ ਹੋਈ ਸਰਕਾਰ, ਪਰ ਹਾਲਾਤ ਇਹ ਨੇ ਕਿ ਸਰਕਾਰ ਜਿਹੜੀ ਆ ਉਹ ਕੰਪਨੀਆਂ ਦੀ ਸਰਕਾਰ ਆ ਜਾਂ ਫਿਰ ਸਿਰਫ ਔਰ ਸਿਰਫ ਪਬਲਿਕ ਲਿਮਿਟਿਡ ਪ੍ਰਾਈਵੇਟ ਲਿਮਿਟਿਡ ਕੰਪਨੀਆਂ ਵਾਂਗ ਬਿਹੇਵ ਕਰਨ ਵਾਲੀ ਸਰਕਾਰ ਹੈ ਜੀ। ਤੇਲ ਅਸੀਂ ਲੈ ਕੇ ਆਉਂਦੇ ਆ, ਉਹਦੇ ਤੇ ਅਸੀਂ ਮਣਾ ਮੋਹੀ ਟੈਕਸ ਲਾਉਂਦੇ ਆ, ਫਿਰ ਉਹ ਲੋਕਾਂ ਨੂੰ ਦਿੰਦੇ ਆ। ਲੋਕ ਉਸ ਤੇਲ ਨਾਲ ਆਪਣੀਆਂ ਗੱਡੀਆਂ, ਸਕੂਟਰ, ਖੇਤੀ ਦੇ ਇੰਸਟਰੂਮੈਂਟ, ਟਰੈਕਟਰ, ਟਰਾਲੀਆਂ, ਟਰੱਕ ਚਲਾਉਂਦੇ ਨੇ। ਟਰਾਂਸਪੋਰਟੇਸ਼ਨ ਸਾਰੇ ਮੁਲਕ ਦੀ ਇਸ ਤੇਲ ਨਾਲ ਜੁੜੀ ਹੋਈ ਹੈ ਤੇ ਉਸ ਦਾ ਅਸਰ ਜਿਹੜਾ ਆ ਉਹ ਸਾਡੀ ਜ਼ਿੰਦਗੀ ਦੀ ਹਰ ਲੋੜ ਦੇ ਉੱਤੇ ਪੈਂਦਾ। ਬਿਲਕੁਲ, ਬੇਸ਼ੱਕ ਕੁਝ ਲੋਕ ਅਜਿਹੇ ਹੋਣਗੇ ਜਿਹੜੇ ਸਿੱਧਾ ਕੋਈ ਟਰਾਂਸਪੋਰਟ ਵਹੀਕਲ ਆਪ ਨਹੀਂ ਚਲਾਉਂਦੇ, ਪਰ ਉਹਨਾਂ ਦੇ ਘਰ ਤੱਕ ਆਉਣ ਵਾਲਾ ਰਾਸ਼ਨ ਕਿਸੇ ਨਾ ਕਿਸੇ ਤਰੀਕੇ ਟਰਾਂਸਪੋਰਟ ਤੇ ਹੀ ਮੁਨਸਰ ਕਰਦਾ। ਸੋ ਉਹਦਾ ਜਿਹੜਾ ਮਹਿੰਗਾਈ ਦਾ ਅਸਰ ਹੈ ਉਹ ਸਿੱਧਾ ਹਰ ਇੱਕ ਦੇ ਉੱਤੇ ਪੈਂਦਾ। ਸਾਲਾਂ ਤੋਂ ਲੋਕ ਰੋ ਰਹੇ ਸੀ, 2 ਸਾਲ ਤੋਂ ਰੋ ਰਹੇ ਸੀ, 3 ਸਾਲ ਤੋਂ ਰੋ ਰਹੇ ਸੀ ਸਰਕਾਰ ਜਿਹੜੀ ਮਰਜ਼ੀ ਆ ਜਾਏ। ਜਦੋਂ ਮਨਮੋਹਨ ਸਿੰਘ ਸਰਕਾਰ ਸੀ ਤੇ ਬੀਜੇਪੀ ਦੇ ਲੋਕ ਕਦੇ ਨੰਗੇ ਧੜ ਹੋ ਕੇ ਲੜਦੇ ਸੀ, ਰੋਂਦੇ ਸੀ, ਪ੍ਰਦਰਸ਼ਨ ਕਰਦੇ ਸੀ, ਕਦੇ ਗੱਡਿਆਂ ਤੇ ਬਹਿ ਕੇ ਦੱਸਦੇ ਸੀ ਕਿ ਤੇਲ ਬਹੁਤ ਮਹਿੰਗਾ ਹੈ ਤੇ ਅਸੀਂ ਗੱਡਿਆਂ ਤੇ ਬਹਿ ਰਹੇ ਹਾਂ, ਕਦੇ ਚੂੜੀਆਂ ਖੜਕਾ ਕੇ ਮਿਨਿਸਟਰੀਆਂ ਬੀਬੀਆਂ ਦੱਸਦੀਆਂ ਸੀ ਕਿ ਰਸੋਈ ਗੈਸ ਜਿਹੜੀ ਹੈ ਬਹੁਤ ਮਹਿੰਗੀ ਹੋ ਗਈ ਹੈ। ਜਦੋਂ ਸਰਕਾਰ ਬਦਲਦੀ ਆ, ਕਾਰਪੋਰੇਟ ਉਹੀ ਰਹਿੰਦੇ ਨੇ, ਪਾਲਿਸੀਆਂ ਉਹੀ ਰਹਿੰਦੀਆਂ ਨੇ, ਸਿਰਫ ਕੁਝ ਰੌਲਾ ਹੀ ਚੇਂਜ ਹੁੰਦਾ। ਬਿਲਕੁਲ, ਕਦੇ 22 ਲੱਖ ਕਰੋੜ ਦੀ ਗੱਲ ਹੁੰਦੀ ਆ ਕਿ ਸਰਕਾਰ ਨੇ ਤੇਲ ਤੋਂ ਕਮਾ ਲਿਆ, ਕਦੀ 23 ਲੱਖ ਕਰੋੜ ਦੀ ਗੱਲ ਹੁੰਦੀ ਆ। ਪੰਜਾਬ ਦੀ ਗੱਲ ਕਰੀਏ ਤੇ ਕੁਝ ਲੱਖ ਕਰੋੜ ਦੀ ਗੱਲ ਹੁੰਦੀ ਆ, ਕਦੇ 80,000 ਕਰੋੜ ਦੀ ਗੱਲ ਹੁੰਦੀ ਆ। ਬੀਤੇ ਦਿਨੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੀ ਮੋਦੀ ਸਰਕਾਰ ਨੇ ਇਹ ਘੋਸ਼ਣਾ ਕਰ ਦਿੱਤੀ ਕਿ 10 ਰੁਪਏ ਤੇ 5 ਰੁਪਏ ਜਿਹੜਾ ਆ ਡੀਜ਼ਲ ਤੇ ਪੈਟਰੋਲ ਤੋਂ ਐਕਸਾਈਜ਼ ਡਿਊਟੀ ਜਿਹੜੀ ਆ ਘਟਾ ਲਈ ਗਈ ਹੈ। ਕੀ ਉਹ ਕਦੇ ਇਦਾਂ ਦਾ ਇੱਕ ਵਾਈਟ ਪੇਪਰ ਲਿਆ ਕੇ ਦੱਸਣਗੇ ਕਿ ਇਹ ਅੱਜ ਕਿਉਂ ਘਟਾਈ, ਇਹ ਵਧਾਈ ਕਦੋਂ ਗਈ ਸੀ? ਜੇਕਰ ਇਹ ਵਧਾਈ ਸੀ ਤਾਂ ਕੀ ਅੰਤਰਰਾਸ਼ਟਰੀ ਕੀਮਤਾਂ ਦਾ ਇਹਦੇ ਤੇ ਸਿੱਧਾ ਕੋਈ ਅਸਰ ਸੀ? ਕੀ ਜਦੋਂ ਮਨਮੋਹਨ ਸਿੰਘ ਸਰਕਾਰ ਸੀ, ਜਿੰਨੇ ਅਸੀਂ ਅੰਕੜੇ ਦੇਖਦੇ ਹਾਂ, ਉਦੋਂ ਰੇਟ ਕੱਚੇ ਤੇਲ ਦੇ, ਕਰੂਡ ਆਇਲ ਦੇ ਕੁਝ ਹੋਰ ਸੀ ਤੇ ਪੱਕੇ ਤੇਲ ਦੇ ਸਾਨੂੰ ਕੁਝ ਹੋਰ ਮਿਲਦੇ ਸੀ। ਅੱਜ ਉਹਦੇ 'ਚ ਕਿੰਨਾ ਕੁ ਜਿਹੜਾ ਆ ਫਰਕ ਪੈ ਗਿਆ। ਜਦੋਂ ਅਸੀਂ ਅੰਕੜੇ ਦੇਖਦੇ ਹਾਂ, ਸਰਕਾਰ ਚਲਾਉਣ ਦਾ ਖਰਚ ਤੇ ਲੋਕਾਂ ਤੇ ਕੀਤੇ ਰੁਪਈਆਂ ਦਾ ਖਰਚ ਜਿਹੜਾ ਆ ਉਹਦੇ 'ਚ ਬੜਾ ਸਮਤੋਲ ਨਹੀਂ ਦਿਖਦਾ ਹਰਪ੍ਰੀਤ ਜੀ। ਸਰਕਾਰ ਕੁਝ ਕੁ ਬੰਦੇ ਚਲਾਉਂਦੇ ਨੇ, ਕੋਈ 700-800 MP ਨੇ ਰਾਜ ਸਭਾ ਤੇ ਲੋਕ ਸਭਾ ਦੇ। ਜੇ ਸਾਰੇ ਹਿੰਦੁਸਤਾਨ ਦੇ ਵੀ ਮੈਂਬਰ ਪਾਰਲੀਮੈਂਟਸ ਦੀ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਰੀਏ ਤਾਂ ਕੁਝ ਕੁ ਹਜ਼ਾਰ ਬੰਦੇ ਨੇ। ਪੰਜਾਬ ਦੇ 117 ਨੇ, ਯੂਪੀ ਦੇ 400 ਕੁਝ ਨੇ। ਜੇ ਸਾਰੇ ਹਿੰਦੁਸਤਾਨ ਦੇ ਮਿਲਾ ਲਈਏ ਤਾਂ ਬੰਦੇ ਦੀ ਗਿਣਤੀ 5-7 ਹਜ਼ਾਰ ਹੀ ਆ। ਜੇ ਅਫਸਰ ਵੀ ਵਿੱਚ ਗਿਣ ਲਈਏ ਤੇ 2% ਲੋਕ ਸਰਕਾਰੀ ਮੁਲਾਜ਼ਮ ਨੇ। ਜੇ ਸਰਕਾਰ ਦੇ ਖਰਚਿਆਂ ਦੀ ਗੱਲ ਕਰੀਏ ਤੇ ਜਦੋਂ ਇਹ ਮਨਰੇਗਾ ਦੇ ਉੱਤੇ ਜਾਂ ਫਲਾਨੀ ਯੋਜਨਾ ਦੇ ਉੱਤੇ, ਸਫਾਈ ਯੋਜਨਾ ਦੇ ਉੱਤੇ ਆ, ਅੰਨ ਯੋਜਨਾ ਦੇ ਉੱਤੇ ਰੁਪਈਏ ਖਰਚ ਦੀ ਗਿਣਤੀ ਆ ਉਹ ਤੇ ਕੁਝ ਹਜ਼ਾਰ ਕਰੋੜਾਂ 'ਚ ਨੇ। 1 ਲੱਖ ਕਰੋੜ ਹੋ ਗਿਆ, ਕਿਤੇ 2 ਲੱਖ ਕਰੋੜ ਹੋ ਗਿਆ। ਤੇ ਜਿਹੜੇ ਕਰਜ਼ੇ ਮਾਫ ਕੀਤੇ ਜਾਂਦੇ ਨੇ ਉਹ 15-18 ਲੱਖ ਕਰੋੜ ਦੇ ਅਸੀਂ ਸੁਣਦੇ ਹਾਂ ਮੋਦੀ ਸਰਕਾਰ ਵਾਲੇ।
ਸੋ ਮੇਰੇ ਕਹਿਣ ਦਾ ਮਸਲਾ ਜਿਹੜਾ ਕੁੱਲ ਮਿਲਾ ਕੇ ਉਹ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ, ਇਹਨਾਂ ਦਾ ਜਿਹੜਾ ਧਿਆਨ ਆ ਉਹ ਇਸ ਗੱਲ ਦੇ ਉੱਤੇ ਆ ਕਿ ਅਸੀਂ ਆਪ ਦਾ ਖਜ਼ਾਨਾ ਕਿਵੇਂ ਭਰਨਾ, ਕਿਉਂਕਿ ਉਹ ਪੈਸੇ ਇਹਨਾਂ ਨੇ ਸਰਕਾਰ ਚਲਾਉਣ ਲਈ ਖਰਚਣੇ ਨੇ, ਲੋਕਾਂ ਦੇ ਭਲੇ ਨਹੀਂ। ਉਹਨਾਂ ਨੇ 10 ਰੁਪਏ ਤੇ 5 ਰੁਪਏ ਕਰਮਵਾਰ ਡੀਜ਼ਲ ਤੇ ਪੈਟਰੋਲ ਤੇ ਕੀਤੇ ਸੀ, ਇਹਨਾਂ ਨੇ ਉਲਟ ਕਰ ਦਿੱਤਾ 10 ਪੈਟਰੋਲ ਤੇ 5 ਡੀਜ਼ਲ ਤੇ। ਸ਼ਾਇਦ ਇਹਨਾਂ ਨੂੰ ਲੱਗਦਾ ਹੋਵੇ ਕਿ ਪੰਜਾਬ ਦੇ ਕਿਸਾਨਾਂ ਨੇ ਕਿਹੜਾ ਡੀਜ਼ਲ ਵਰਤਣਾ ਆ, ਕਿਹੜਾ ਖੇਤ ਵਾਹੁਣੇ ਆ, ਟਰੈਕਟਰਾਂ ਦੀ ਤੇ ਬਹੁਤੀ ਲੋੜ ਹੀ ਨਹੀਂ ਹੈਗੀ, ਪੈਟਰੋਲ ਸਸਤਾ ਕਰ ਦਈਏ। ਕੀ ਇਹਨਾਂ ਦੀ ਮਨਸ਼ਾ ਆ, ਕੀ ਉਹਦਾ ਸਕੀਮ ਆ, ਉਹ ਸਾਰੀਆਂ ਗੱਲਾਂ ਇਹੀ ਜਾਣਨ। ਲੋਕਾਂ ਲਈ ਖੁਸ਼ੀ ਦੀ ਗੱਲ ਆ ਥੋੜੀ ਜਿਹੀ ਕਿ ਜੇ ਦੋਨਾਂ ਦੀ ਪੰਜਾਬ ਸਰਕਾਰ ਦਾ ਵੀ ਤੇ ਕੇਂਦਰ ਸਰਕਾਰ ਦਾ ਵੀ ਟੋਟਲ ਲਾ ਲਈਏ ਤੇ 15 ਰੁਪਏ ਪਰ ਲੀਟਰ ਦੋਨੋਂ ਚੀਜ਼ਾਂ ਸਸਤੀਆਂ ਹੋ ਗਈਆਂ। ਡਿਊਟੀ ਉੱਤੇ ਵੈਟ ਜਿਹੜਾ ਘਟੇਗਾ 2 ਰੁਪਏ ਦਾ ਹੋਰ ਫਰਕ ਪੈ ਜਾਣਾ, ਯਾਨੀ ਕਿ 17-18 ਰੁਪਏ ਦੇ ਕਰੀਬ ਪੈਟਰੋਲ ਤੇ 17-18 ਦੇ ਕਰੀਬ ਹੀ ਡੀਜ਼ਲ ਜਿਹੜਾ ਆ ਉਹ ਸਸਤਾ ਹੋ ਜਾਣਾ। ਪਰ ਕਦੋਂ ਤੋਂ ਲੁੱਟਿਆ ਗਿਆ, ਕਦ ਤੱਕ ਲੁੱਟਿਆ ਗਿਆ, ਇਹਦਾ ਹਿਸਾਬ ਨਾ ਤੇ ਕਿਸੇ ਨੇ ਡਾਢੇ ਨੂੰ ਪੁੱਛਣਾ ਤੇ ਨਾ ਡਾਢੇ ਨੇ ਦੇਣਾ। ਬਸ ਤੁਸੀਂ ਪਿੱਠ ਨੀਵੀਂ ਕਰੀ ਰੱਖੋ, ਛੈਂਟੇ ਤੁਹਾਡੇ ਪਈ ਜਾਣੇ ਆ ਤੇ ਭਾਰਤ ਮਾਤਾ ਦੀ ਜੈ ਦੇ ਗੁਣਗਾਨ ਕਰੀ ਜਾਓ। ਬਿਲਕੁਲ। ਤੇ ਸ਼ਰਮਾ ਜੀ, ਜੇ ਅਸੀਂ ਗੱਲ ਕਰੀਏ ਕਿ ਅੱਜ ਵੀ 15ਵੀਂ ਵਿਧਾਨ ਸਭਾ ਦਾ 16ਵਾਂ ਸੈਸ਼ਨ ਸੀ, ਜਿਹਦੇ ਵਿੱਚ ਲੋਕਾਂ ਨੇ ਕਾਫੀ ਉਮੀਦਾਂ ਲਗਾਈਆਂ ਹੋਈਆਂ ਸੀ ਕਿ ਸ਼ਾਇਦ ਕੁਝ ਨਾ ਕੁਝ ਹੋਰ ਨਵਾਂ ਤੋਹਫਾ ਨਿਕਲ ਕੇ ਬਾਹਰ ਆਏਗਾ, ਪਰ ਅਜਿਹਾ ਕੁਝ ਨਹੀਂ ਹੋਇਆ। ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸੈਸ਼ਨ ਮੁਲਤਵੀ ਕਰ ਦਿੱਤਾ ਗਿਆ। ਕੀ ਕਹਿਣਾ ਚਾਹੋਗੇ ਇਹੋ ਜਿਹੇ ਵਿਧਾਨ ਸਭਾ ਸੈਸ਼ਨ ਬਾਰੇ? ਦੋ ਖਬਰਾਂ ਸੀ ਅੱਜ ਦੇ ਵਿਧਾਨ ਸਭਾ ਦੀਆਂ, ਪੰਜਾਬ ਦੀ ਵਿਧਾਨ ਸਭਾ ਤੋਂ ਵੀ ਤੇ ਹਰਿਆਣੇ ਦੀ ਵਿਧਾਨ ਸਭਾ ਤੋਂ ਵੀ। ਅਸੀਂ ਵੀ ਮੀਡੀਆ 'ਚ ਹੋਣ ਕਰਕੇ ਬੈਠੇ ਸੀ ਕਿ ਦੇਖਦੇ ਹਾਂ ਵਿਧਾਨ ਸਭਾ ਦੇ ਵਿੱਚ ਸੈਸ਼ਨ ਆ, ਸਾਰੀਆਂ ਧਿਰਾਂ ਦੇ ਲੋਕ ਆਉਣਗੇ, ਕੀ ਉੱਥੋਂ ਨਿਕਲਦਾ। ਪਰ ਅੱਜ ਦਾ ਸੈਸ਼ਨ ਜਿਹੜਾ ਆ ਉਹ ਸਿਰਫ ਕੁਝ ਕੁ ਲੋਕਾਂ ਨੂੰ ਸ਼ਰਧਾਂਜਲੀ ਦੇ ਕੇ ਹੀ ਖਤਮ ਕਰ ਦਿੱਤਾ ਗਿਆ। ਇੱਕ ਗੱਲ ਮਜ਼ੇਦਾਰ ਹੋਈ ਕਿ ਜਦੋਂ ਚੰਨੀ ਸਾਹਿਬ ਆਏ ਉਹਨਾਂ ਨੇ ਵੀ ਮੱਥਾ ਟੇਕਿਆ, ਤੇ ਜਦੋਂ ਮੋਦੀ ਜੀ ਪਹਿਲੀ ਵਾਰ ਆਏ ਸੀ ਉਹਨਾਂ ਨੇ ਵੀ ਮੱਥਾ ਟੇਕਿਆ। ਸੈਸ਼ਨ ਸਿਰਫ ਔਰ ਸਿਰਫ ਸ਼ਰਧਾਂਜਲੀਆਂ ਦੇਣ ਲਈ ਨਹੀਂ ਹੁੰਦਾ। ਸ਼ਰਧਾਂਜਲੀਆਂ ਦੇਣੀਆਂ ਚਾਹੀਦੀਆਂ ਨੇ ਜਿਹੜੇ ਨਾਮਵਰ ਲੋਕ, ਚਾਹੇ ਉਹ ਸਿਆਸਤ ਤੋਂ ਸੀ, ਚਾਹੇ ਉਹ ਇਫਕੋ ਤੋਂ ਸੀ, ਚਾਹੇ ਉਹ ਕਿਸੇ ਹੋਰ ਫੀਲਡ ਤੋਂ ਸੀ, ਜਿਨ੍ਹਾਂ ਦੀ ਵੀ ਮੌਤ ਹੋਈ, ਜਿਹੜੇ ਵੀ ਇਸ ਜਹਾਨ ਨੂੰ ਛੱਡ ਗਏ, ਉਹਨਾਂ ਨੂੰ ਯਾਦ ਕਰਨਾ ਬਣਦਾ ਮੈਂਬਰਸ ਵੱਲੋਂ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ। ਪਰ 8 ਘੰਟੇ ਤੁਸੀਂ ਬੈਠੋ ਉੱਥੇ, ਤੁਹਾਡੇ ਤੇ ਹਜ਼ਾਰਾਂ ਨਹੀਂ ਲੱਖਾਂ ਰੁਪਏ ਖਰਚ ਹੁੰਦੇ ਨੇ। ਜਦੋਂ ਤੁਹਾਡੀ ਚੋਣ ਹੁੰਦੀ ਆ ਉੱਥੇ ਵੀ ਤੁਹਾਡੇ ਤੇ ਪੈਸੇ ਖਰਚ ਹੁੰਦੇ ਨੇ। ਤੇ ਅਸਲ ਦੇ ਵਿੱਚ ਇਹਨਾਂ MLAs ਦੀ, ਇਹਨਾਂ ਕੈਬਨਿਟ ਦੀ ਚੋਣ ਜਿਹੜੀ ਆ ਉਹ ਸਿਰਫ ਇਸ ਕਰਕੇ ਹੀ ਹੁੰਦੀ ਆ ਕਿ ਤੁਸੀਂ ਉੱਥੇ ਵਿਧਾਨ ਸਭਾ 'ਚ ਬੈਠ ਕੇ ਕੋਈ ਚੱਜ ਦੀ, ਕੋਈ ਅਕਲ ਦੀ, ਕੋਈ ਪੰਜਾਬ ਦੇ ਭਲੇ ਦੀ ਗੱਲ ਕਰਨੀ ਆ। ਇਸ ਕਰਕੇ ਨਹੀਂ ਤੁਹਾਡੀ ਚੋਣ ਹੁੰਦੀ ਕਿ ਤੁਸੀਂ ਚੈੱਕ ਵੰਡਣੇ ਨੇ ਜਾਂ ਤੁਸੀਂ ਵਾਅਦੇ ਕਰਨੇ ਨੇ ਜਾਂ ਤੁਸੀਂ ਐਲਾਨ ਕਰਨੇ ਨੇ। ਵਿਧਾਨਕਾਰ ਦਾ ਅਸਲ ਜਿਹੜਾ ਮਨੋਰਥ ਆ, ਜਿਹੜਾ ਅਸਲ ਉਦੇਸ਼ ਆ, ਉਹ ਸਿਰਫ ਵਿਧਾਨ ਸਭਾ 'ਚ ਬੈਠ ਕੇ ਸਹੀ ਕਾਨੂੰਨ ਬਣਾਉਣ ਦਾ। ਬਾਕੀ ਕੰਮਾਂ ਲਈ ਤਾਂ ਐਗਜ਼ੀਕਿਊਸ਼ਨ ਬੜੀ ਬੈਠੀ ਆ, DC ਨੇ, ਕਮਿਸ਼ਨਰ ਨੇ, ਬਲਾਕ ਲੈਵਲ ਤੇ ਅਫਸਰ ਨੇ, ਜ਼ਿਲ੍ਹਾ ਲੈਵਲ ਤੇ ਅਫਸਰ ਨੇ, ਹੋਰ ਬਹੁਤ ਸਾਰਾ ਅਮਲਾ ਜਿਹੜਾ ਹੈਗਾ। ਵਿਧਾਨ ਸਭਾ ਦੇ ਲੋਕਾਂ ਦਾ ਕੰਮ ਹੀ ਸਿਰਫ ਸੈਸ਼ਨ ਦੇ ਵਿੱਚ ਬੈਠ ਕੇ ਉੱਥੇ ਜਿਹੜੀ ਆ ਚਰਚਾ ਕਰਨੀ ਹੁੰਦੀ ਆ। ਪਰ ਇਹਨਾਂ ਨੂੰ ਜਦੋਂ ਦਿੱਲੀ ਜਾਣਾ ਹੋਵੇ ਉਦੋਂ ਚਾਰਟਰ ਮਿਲ ਜਾਂਦੇ ਨੇ, ਜਦੋਂ ਆਪਣੇ ਘਰੋਂ ਦਫ਼ਤਰ ਜਾਣਾ ਹੋਵੇ ਉਦੋਂ ਕਮਰੇ ਜਿੱਡੀਆਂ ਗੱਡੀਆਂ ਮਿਲ ਜਾਂਦੀਆਂ ਨੇ, ਤੇ ਜਦੋਂ ਬੈਠ ਕੇ ਕੰਮ ਕਰਨ ਦੀ ਗੱਲ ਆਉਂਦੀ ਆ ਤੇ ਫਿਰ ਸ਼ਰਧਾਂਜਲੀ ਦੇ ਕੇ ਇਹ ਘਰ ਨੂੰ ਮੁੜ ਜਾਂਦੇ ਨੇ। ਲੋਕਾਂ ਦਾ ਕੀ ਆ। ਦੂਸਰੇ ਪਾਸੇ ਜਿਹੜੀ ਹਰਿਆਣੇ ਦੀ ਉਹ ਬੜੀ ਮਜ਼ੇਦਾਰ ਗੱਲ ਸੀ, ਕਿਸਾਨਾਂ ਦੇ ਹੱਕ ਦੇ ਵਿੱਚ ਅਭੈ ਚੌਟਾਲਾ ਜੀ ਨੇ ਅਸਤੀਫਾ ਦੇ ਦਿੱਤਾ ਕਿ ਮੈਂ ਇਸ ਸਦਨ ਦੀ ਮੈਂਬਰੀ ਤੋਂ ਅਸਤੀਫਾ ਦਿੰਨਾ, ਮੈਂ ਕਿਸਾਨਾਂ ਦੇ ਨਾਲ ਖੜਾ। ਉਹ ਭਾਈ ਚੌਧਰੀ, ਤੈਨੂੰ ਕਿਸਾਨਾਂ ਨੇ ਕਦੋਂ ਕਿਹਾ ਸੀ ਕਿ ਤੂੰ ਅਸਤੀਫਾ ਦੇ? ਵੈਸੇ ਹੀ ਉਹਨਾਂ ਦੇ ਨਾਲ ਬੈਠ, ਵੈਸੇ ਉਹਨਾਂ ਦੇ ਹੱਕ ਦੀ ਗੱਲ ਵਿਧਾਨ ਸਭਾ 'ਚ ਕਰੋ। ਉਹ ਇੱਕ ਵੱਖਰੀ ਤਰ੍ਹਾਂ ਦਾ ਡਰਾਮਾ। ਅਸਤੀਫਾ ਦੇ ਦਿੱਤਾ, ਸੀਟ ਖਾਲੀ ਹੋ ਗਈ। ਕਾਨੂੰਨ ਦੇ ਮੁਤਾਬਕ 6 ਮਹੀਨਿਆਂ ਦੇ ਵਿੱਚ ਸੀਟ ਭਰਨੀ ਸੀ। ਦੁਬਾਰਾ ਇਲੈਕਸ਼ਨ ਹੋਈ, ਜਿੱਤ ਕੇ ਆ ਗਏ ਸਾਹਿਬ ਨੇ। ਅੱਜ ਹੀ ਉੱਥੇ ਸਹੁੰ ਚੁੱਕੀ ਤੇ ਬਾਹਰ ਆ ਕੇ ਫਿਰ ਉਹੀ ਪੱਟਾਂ ਤੇ ਹੱਥ ਮਾਰ ਦਿੱਤਾ। ਜੇ ਕਿਸਾਨ ਕਹਿਣਗੇ ਤੇ ਮੈਂ ਫਿਰ ਅਸਤੀਫਾ ਦੇ ਦੂੰਗਾ। ਜੇ ਕੋਈ ਅਕਲ ਦੀ ਗੱਲ ਹੋਵੇ ਤੇ ਇਹਨਾਂ ਦੇ ਉੱਤੇ ਜੁਰਮਾਨਾ ਲਾਇਆ ਜਾਵੇ ਅਸਤੀਫਾ ਦੇਣ ਤੋਂ ਬਾਅਦ, ਇਹਨਾਂ ਦੀ ਦੁਬਾਰਾ ਇਲੈਕਸ਼ਨ ਕਰਾਉਣ ਤੇ। ਜਿੰਨਾ ਸਰਕਾਰ ਦਾ ਖਰਚਾ ਆ, ਜਿੰਨਾ ਸਰਕਾਰ ਦਾ ਨੁਕਸਾਨ ਹੋਇਆ, ਉਸ ਹਲਕੇ ਦੇ ਲੋਕ ਵੀ ਇਹਨਾਂ ਨੂੰ ਪੁੱਛਣ ਕਿ ਪਹਿਲਾਂ ਤੁਸੀਂ ਅਸਤੀਫਾ ਦੇ ਦਿੱਤਾ, ਤੁਸੀਂ ਫੇਰ ਇਲੈਕਸ਼ਨ ਲੜੀ, ਫੇਰ ਜਿੱਤ ਕੇ ਤੁਸੀਂ ਕਹਿੰਦੇ ਫੇਰ ਅਸਤੀਫਾ ਦੇ ਦੇਣਾ। ਕੀ ਮਜ਼ਾਕ ਆ? ਲੋਕਤੰਤਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ। ਇਹ ਕਾਨੂੰਨ ਆ ਕਿ 6 ਮਹੀਨੇ ਤੋਂ ਵੱਧ ਸੀਟ ਖਾਲੀ ਨਹੀਂ ਰਹਿ ਸਕਦੀ। ਸਕੂਲ ਦੇ ਅਧਿਆਪਕਾਂ ਦੀ ਪੋਸਟਾਂ ਭਾਵੇਂ ਸਾਲਾਂ ਤੱਕ ਖਾਲੀ ਪਈਆਂ ਰਹਿਣ। ਬਿਜਲੀ ਬੋਰਡ ਦੇ ਵਿੱਚ ਜਿੰਨੀਆਂ ਮਰਜ਼ੀ ਸੀਟਾਂ ਖਾਲੀ ਪਈਆਂ ਰਹਿਣ। ਸੁਪਰੀਮ ਕੋਰਟ ਦੇ ਜੱਜ ਭਾਵੇਂ ਖਾਲੀ ਪਏ ਰਹਿਣ ਸੀਟਾਂ, ਉੱਥੇ ਕੇਸ ਲੜਨ ਲਈ ਭਾਵੇਂ ਕੋਈ ਨਾ ਹੋਵੇ, ਪਰ ਵਿਧਾਨਕਾਰ ਦੀ ਸੀਟ ਜਿਹੜੀ ਆ ਉਹ ਖਾਲੀ ਨਹੀਂ ਹੋ ਸਕਦੀ। ਇੱਕ ਸੀਟ ਦੀ ਵਜ੍ਹਾ ਤੇ 2-2 ਸੀਟਾਂ ਤੇ ਇਲੈਕਸ਼ਨ ਲੜਦੇ ਨੇ। ਇਕੱਲੇ
ਇਹ ਤਾਂ ਛੋਟੇ ਨੇ। ਪ੍ਰਧਾਨ ਮੰਤਰੀ ਮੋਦੀ ਸਾਹਿਬ 2 ਸੀਟਾਂ ਤੇ ਲੜੇ, ਜੀ ਬਿਲਕੁਲ। ਇਸ ਤੋਂ ਪਹਿਲਾਂ ਰਾਹੁਲ ਗਾਂਧੀ 2 ਸੀਟਾਂ ਤੇ ਲੜੇ। ਤੁਸੀਂ ਜਿੰਨੀਆਂ ਮਰਜ਼ੀ ਉਦਾਹਰਨਾਂ ਲੈ ਲਓ, ਦੋਨੋਂ ਤੋਂ ਜਿੱਤ ਜਾਓਗੇ ਤੇ ਦੂਜੀ ਸੀਟ ਤੁਸੀਂ ਖਾਲੀ ਕਰ ਦਿਓ, ਉੱਥੇ ਫਿਰ ਚੋਣ ਹੋ ਜਾਊਗੀ। ਮਾਹੌਲ ਬਣਾ ਕੇ ਰੱਖਿਆ ਹੋਇਆ ਇਹਨਾਂ ਲੋਕਾਂ ਨੇ, ਜਨਤਾ ਦੇ ਪੈਸੇ ਦਾ। ਬਿਲਕੁਲ ਜੀ 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 ਸ਼ਰਮਾ ਜੀ, ਜੇ ਹੁਣ ਅਸੀਂ ਗੱਲ ਕਰ ਲਈਏ ਅਡਵਾਨੀ ਸਾਹਿਬ ਦਾ ਜਨਮ ਦਿਨ ਅੱਜ ਤੇ ਪ੍ਰਧਾਨ ਮੰਤਰੀ ਮੋਦੀ ਜੀ ਉਹਨਾਂ ਨੂੰ ਮਿਲਣ ਗਏ ਨੇ, ਕੀ ਕਹਿਣਾ ਚਾਹੋਗੇ? ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਅਟਲ ਬਿਹਾਰੀ ਵਾਜਪੇਈ, ਇਹ ਉਹ ਲੋਕ ਜਿਨ੍ਹਾਂ ਨੇ ਅੱਜ ਦੀ ਜਿਹੜੀ ਬੀਜੇਪੀ ਆ ਉਹਦਾ ਨੀਂਹ ਰੱਖੀ। RSS ਜਾਂ ਰਾਸ਼ਟਰੀ ਸਵੈਮ ਸੇਵਕ ਸੰਘ ਹੁੰਦਾ ਸੀ, ਸੰਘ ਵੀ ਚੋਣ ਲੜਦਾ ਰਿਹਾ। ਉਹਨਾਂ ਦਾ ਚੋਣ ਨਿਸ਼ਾਨ ਕੁਝ ਹੋਰ ਸੀ ਤੇ ਹਾਲਾਤ ਕੁਝ ਹੋਰ ਸੀ। 1980 ਦੇ ਵਿੱਚ ਬੀਜੇਪੀ ਬਣੀ ਤੇ 2 ਸੀਟਾਂ ਇਹਨਾਂ ਨੇ ਜਿੱਤੀਆਂ। ਬਹੁਤ ਮਿਹਨਤ ਕੀਤੀ ਇਹਨਾਂ ਲੋਕਾਂ ਨੇ ਇਸ ਪਾਰਟੀ ਨੂੰ ਖੜਾ ਕਰਨ ਲਈ। ਕਰਾਚੀ 'ਚ ਇਹਨਾਂ ਦਾ ਜਨਮ ਹੋਇਆ। ਲਾਲ ਕ੍ਰਿਸ਼ਨ ਅਡਵਾਨੀ ਜੀ ਦਾ 94 ਸਾਲ ਦੇ ਹੋ ਗਏ ਤੇ 95ਵਾਂ ਜਨਮ ਦਿਨ ਇਹ ਮਨਾ ਰਹੇ ਨੇ ਅੱਜ ਆਪਣਾ। ਪੱਤਰਕਾਰਤਾ ਕੀਤੀ ਇਹਨਾਂ ਨੇ ਬੜੇ ਚੰਗੇ ਤਰੀਕੇ ਦੀ। ਇੱਕ ਵਾਰ ਪਾਕਿਸਤਾਨ ਗਏ ਹੋਏ ਸੀ ਸ਼ਾਇਦ, ਤੇ ਉੱਥੇ ਇਹਨਾਂ ਨੇ ਪਾਕਿਸਤਾਨ ਦੇ ਜਿਹੜੇ ਬਣਾਉਣ ਵਾਲੇ ਆ ਜਿਨ੍ਹਾਂ ਸਾਹਿਬ ਦੀ ਤਾਰੀਫ ਕਰ ਦਿੱਤੀ। ਉਹ ਇਹਨਾਂ ਨੂੰ ਇੰਨੀ ਮਹਿੰਗੀ ਪਈ ਕਿ ਰਾਜਨੀਤੀ 'ਚੋਂ ਇਹਨਾਂ ਦਾ ਕਿਨਾਰਾ ਹੋ ਗਿਆ। ਅਟਲ ਬਿਹਾਰੀ ਵਾਜਪੇਈ ਦੇ ਟਾਈਮ ਤੇ ਵੀ ਇਹ ਉਹਨਾਂ ਤੋਂ ਵੱਡੇ ਲੀਡਰ ਗਿਣੇ ਜਾਂਦੇ ਸੀ। ਪਲੈਨਿੰਗ ਇਹਨਾਂ ਦੀ ਜ਼ਿਆਦਾ ਵੱਡੀ ਗਿਣੀ ਜਾਂਦੀ ਸੀ, ਪਰ ਬੋਲਚਾਲ ਦੇ ਵਿੱਚ ਅਟਲ ਇਹਨਾਂ ਤੋਂ ਜ਼ਿਆਦਾ ਨਰਮ ਸੀ। ਅੱਜ ਜਿਸ ਸੀਟ ਤੋਂ ਜਿੱਤ ਕੇ ਅਮਿਤ ਸ਼ਾਹ ਗ੍ਰਹਿ ਮੰਤਰੀ ਬਣੇ ਹੋਏ ਨੇ ਗਾਂਧੀ ਨਗਰ, ਉਸੇ ਸੀਟ ਤੋਂ ਲਾਲ ਕ੍ਰਿਸ਼ਨ ਅਡਵਾਨੀ ਜਿੱਤਦੇ ਰਹੇ ਨੇ। ਗ੍ਰਹਿ ਮੰਤਰੀ ਵੀ ਰਹੇ ਭਾਰਤ ਦੇ, ਉਪ ਪ੍ਰਧਾਨ ਮੰਤਰੀ ਵੀ ਬਣੇ। ਪ੍ਰਧਾਨ ਮੰਤਰੀ ਨਹੀਂ ਬਣ ਸਕੇ, ਇਹ ਕਸਕ ਰਹੀ ਉਹਨਾਂ ਦੇ ਦਿਲ ਦੇ ਵਿੱਚ। ਮੋਦੀ ਸਾਹਿਬ ਜਦੋਂ ਆਏ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਇੱਕ ਸਰਟਨ ਏਜ ਤੋਂ ਵੱਡੇ ਜਿਹੜੇ ਉਮਰ ਦਰਾਜ਼ ਬੰਦੇ ਨੇ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਪਿੱਛੇ ਜਿਹੜੇ ਆ ਮੈਂਟਰ ਬਣਾ ਕੇ ਰੱਖਾਂਗੇ, ਸੰਸਥਾਪਕ ਬਣਾ ਕੇ ਰੱਖਾਂਗੇ। ਸਿੱਧਾ ਨਹੀਂ ਕਿਹਾ ਕਿ 올ਡ ਏਜ ਹੋਮ ਬਣਾ ਦਿੱਤੇ ਤੇ ਇੱਥੇ ਬੈਠੇ ਰਹਿਣੇ ਬੰਦੇ। ਪਰ ਅੱਜ ਉਹਨਾਂ ਦਾ ਜਨਮ ਦਿਨ ਸੀ ਤੇ ਇਹਨਾਂ ਨੇ ਇਹ ਕੰਮ ਜ਼ਰੂਰ ਕੀਤਾ ਕਿ ਉਹਨਾਂ ਦੇ ਘਰ ਜ਼ਰੂਰ ਗਏ। ਰਾਜਨਾਥ ਜੀ ਵੀ ਗਏ, ਮੋਦੀ ਜੀ ਵੀ ਗਏ, ਅਮਿਤ ਸ਼ਾਹ ਜੀ ਵੀ ਗਏ ਤੇ ਉਹਨਾਂ ਦੇ ਨਾਲ ਕਾਫੀ ਇਹਨਾਂ ਨੇ ਗੱਲਾਂ ਅੱਧਾ ਘੰਟਾ ਕੀਤੀਆਂ। ਤੇ ਖਬਰਾਂ ਆਉਂਦੀਆਂ ਪਈ ਉਹਨਾਂ ਨੇ ਗੱਲ ਹੁੰਗਾਰਾ ਕਿਸੇ ਗੱਲ 'ਚ ਨਹੀਂ ਦਿੱਤਾ, ਸਿਰਫ ਇਹੀ ਕਿਹਾ ਕਿ ਥੈਂਕ ਯੂ। ਹੁਣ ਉਹ ਥੈਂਕ ਯੂ ਉਹਨਾਂ ਦਾ ਰਾਜਨੀਤੀ ਦਾ ਕੈਰੀਅਰ ਖਤਮ ਕਰਨ ਲਈ ਕਿਹਾ ਜਾਂ ਉਹ ਥੈਂਕ ਯੂ ਉਹਨਾਂ ਦਾ ਘਰ ਆ ਕੇ ਜਨਮ ਦਿਨ ਮਨਾਉਣ ਲਈ ਕਿਹਾ, ਇਹ ਤੇ ਅਡਵਾਨੀ ਸਾਹਿਬ ਹੀ ਦੱਸ ਸਕਦੇ ਨੇ। ਇੱਕ ਗੱਲ ਹੋ ਰਿਹਾ, ਰਿਟਾਇਰਮੈਂਟ ਹਰ ਬੰਦੇ ਦੀ ਹੋਣੀ ਚਾਹੀਦੀ ਆ, ਇਸ ਗੱਲ ਦੇ ਨਾਲ ਕੋਈ ਗਿਲਾ ਨਹੀਂ। ਤੁਸੀਂ ਉਪ ਮੁੱਖ ਮੰਤਰੀ ਜਾਂ ਉਪ ਪ੍ਰਧਾਨ ਮੰਤਰੀ ਬਣ ਗਏ, ਗ੍ਰਹਿ ਮੰਤਰੀ ਬਣ ਗਏ, ਪ੍ਰਧਾਨ ਮੰਤਰੀ ਨਾ ਵੀ ਬਣੇ ਤੇ ਵੱਡੀ ਗੱਲ ਨਹੀਂ। ਇੱਕ ਕਹਾਣੀ ਆ, ਇੱਕ ਕਵਿਤਾ ਆ ਕਿ ਨਵੇਂ ਜਦੋਂ ਪੱਤੇ ਆਉਂਦੇ ਨੇ ਤੇ ਪੁਰਾਣੇ ਪੱਤਿਆਂ ਨੂੰ ਝੜਨਾ ਹੀ ਪੈਂਦਾ। ਜ਼ਿੰਦਗੀ ਦਾ ਅਸੂਲ ਆ ਕਿ ਪਰਿਵਰਤਨ ਜਿਹੜੇ ਆ ਹੁੰਦੇ ਰਹਿੰਦੇ ਨੇ। ਪਰ ਫੇਰ ਵੀ ਅਸੀਂ ਜਦੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਅਸੀਂ ਉਦੋਂ ਗੱਲ ਕੀਤੀ ਸੀ ਕਿ ਮੁੱਦਿਆਂ ਦੀ ਗੱਲ ਕਦੋਂ ਚਿਹਰਿਆਂ ਦੀ ਗੱਲ ਬਣ ਜਾਂਦੀ ਹੈ ਸਾਨੂੰ ਸਮਝ ਨਹੀਂ ਲੱਗਦੀ। ਰਾਜਨੀਤੀ ਦੇ ਵਿੱਚ ਅਸੀਂ ਉਹਨਾਂ ਲੋਕਾਂ ਦੀਆਂ ਸ਼ਕਲਾਂ ਦੇਖਦੇ ਅਖਬਾਰਾਂ ਦੇ ਵਿੱਚ ਮੇਨ ਪੰਨਿਆਂ ਤੇ ਉਹਨਾਂ ਦੀਆਂ ਰੰਗੀਨ ਫੋਟੋਆਂ ਦੇਖਦੇ ਕਦੋਂ ਅਸੀਂ ਉਹਨਾਂ ਦੇ ਲਾਗੇ ਹੋ ਜਾਂਦੇ ਹਾਂ, ਸਾਨੂੰ ਇਹ ਸਮਝ ਨਹੀਂ ਆਉਂਦੀ। ਸੋ 80 ਸਾਲ ਦੇ ਹੋ ਗਏ ਨੇ, 90 ਸਾਲ ਦੇ ਹੋ ਗਏ ਨੇ, ਰਾਜਨੀਤੀ ਤੋਂ ਉਹਨਾਂ ਨੇ ਬਾਏ ਕਰਨੀ ਸੀ। ਉਹਨਾਂ ਦਾ ਸਨਮਾਨ ਜਿਹੜਾ ਆ ਉਹ ਹੋਣਾ ਚਾਹੀਦਾ। ਜਿਹੜੀਆਂ ਉਹਨਾਂ ਦੀਆਂ ਚੰਗੀਆਂ ਗੱਲਾਂ ਆ ਉਹਨਾਂ ਨੂੰ ਗ੍ਰਹਿਣ ਕੀਤੇ ਜਾਣਾ ਚਾਹੀਦਾ, ਜਿਹੜੀਆਂ ਮਾੜੀਆਂ ਆ ਉਹਨਾਂ ਦੇ ਉੱਤੇ ਵੀ ਗੱਲ ਹੋਣੀ ਚਾਹੀਦੀ ਹੈ। ਪਰ ਗੱਲ ਉਹ ਫਿਰ ਇਹ ਆ ਕਿ ਇਹ ਜਿਹੜੇ ਲੋਕ ਅੱਜ ਉਹਨਾਂ ਦਾ ਜਨਮ ਦਿਨ ਮਨਾਉਣ ਗਏ ਸੀ, 2 4 10 ਸਾਲ ਬਾਅਦ ਵਾਰੀ ਇਹਨਾਂ ਦੀ ਵੀ ਇਦਾਂ ਹੀ ਆਉਣੀ ਆ। ਸਦੀਵੀ ਇੱਥੇ ਕੁਝ ਨਹੀਂ ਹੈ। ਪਰ ਫਿਰ ਵੀ ਜਦੋਂ ਅਸੀਂ ਬੀਜੇਪੀ ਦੀ ਗੱਲ ਕਰਦੇ ਹਾਂ ਤੇ ਸਾਨੂੰ ਇਹਨਾਂ ਦੇ ਵਿੱਚ ਇੱਕ ਖਾਸ ਤਰੀਕੇ ਦੀ ਮਾਨਸਿਕਤਾ ਨਜ਼ਰ ਆਉਂਦੀ ਆ। ਤੇ ਮੈਂ ਹਾਲਾਂਕਿ ਬਹੁਤ ਲੰਬਾ ਅਨੁਭਵ ਨਹੀਂ ਹੈਗਾ, ਪਰ ਜੇਕਰ ਅਸੀਂ ਅਟਲ ਬਿਹਾਰੀ ਵਾਜਪੇਈ ਜਾਂ ਲਾਲ ਕ੍ਰਿਸ਼ਨ ਅਡਵਾਨੀ ਦੀ ਗੱਲ ਕਰੀਏ ਤੇ ਉਹਨਾਂ ਦੇ ਵਿੱਚ ਜਿਹੜੀ ਇਹ ਮਾਨਸਿਕਤਾ ਆ ਸੀ, ਮੈਂ ਇਸ ਗੱਲ ਤੋਂ ਮੁਨਕਰ ਨਹੀਂ, ਮੇਰੇ ਨਿੱਜੀ ਆਪਣੇ ਵਿਚਾਰ ਨੇ, ਪਰ ਇੰਨੀ ਤੇਜ਼ ਤਰੀਕੇਦਾਰ ਜਾਂ ਇੰਨੀ ਮੁਸ਼ਕਦਾਰ ਮਾਨਸਿਕਤਾ ਨਹੀਂ ਸੀ ਉਹ। ਨਾ ਕਿਸੇ ਜਾਤੀ ਵਿਸ਼ੇਸ਼ ਨੂੰ ਲੈ ਕੇ, ਨਾ ਕਿਸੇ ਧਰਮ ਵਿਸ਼ੇਸ਼ ਨੂੰ ਲੈ ਕੇ। ਪਰ ਅੱਜ ਦੀ ਜਿਹੜੀ ਬੀਜੇਪੀ ਦੀ ਪੀੜ੍ਹੀ ਆ, ਉੱਥੇ ਇਹ ਜਿਹੜੀ ਮਾਨਸਿਕਤਾ ਆ ਉਹ ਬਹੁਤ ਜ਼ਿਆਦਾ ਸੜੀ ਹੋਈ ਆ, ਖਰਾਬ ਹੋਈ ਆ ਤੇ ਮੁਸ਼ਕ ਵਾਲੀ ਆ। ਇਸੇ ਕਰਕੇ ਹੀ ਮੁਲਕ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਥੋੜੇ ਜਿਹੇ ਵਿਗੜੇ ਹੋਏ, ਉਬਲਦੇ ਹੋਏ ਤੇ ਖਰਾਬ ਨਜ਼ਰ ਆਉਂਦੇ ਨੇ। ਜੀ ਸ਼ਰਮਾ ਜੀ, ਲੋਕ ਜਦੋਂ ਕਿਸੇ ਵੀ ਪਾਰਟੀ ਨੂੰ, ਕਿਸੇ ਵੀ ਬੰਦੇ ਨੂੰ ਸੱਤਾ ਦਿੰਦੇ ਨੇ ਤਾਂ ਉਹਨਾਂ ਦਾ ਮਕਸਦ ਇਹੀ ਹੁੰਦਾ ਹੈ ਕਿ ਉਹ ਦੇਸ਼ ਦਾ, ਲੋਕਾਂ ਦਾ ਭਲਾ ਕਰਨ। ਲੋਕਤੰਤਰ ਹੈ, ਲੋਕਾਂ ਦੀ ਸਰਕਾਰ ਹੈ, ਲੋਕਾਂ ਵੱਲੋਂ ਚੁਣੀ ਹੋਈ ਹੈ ਤੇ ਲੋਕਾਂ ਦੀਆਂ ਗੱਲਾਂ ਜ਼ਰੂਰ ਸੁਣੀਆਂ ਜਾਣ ਤੇ ਉਹਨਾਂ ਦੇ ਮੁੱਦੇ ਹੱਲ ਕੀਤੇ ਜਾਣ। ਤੇ ਸਰਕਾਰਾਂ ਹੁਣ ਇਸ ਰਸਤੇ ਤੇ
ਕਦੋਂ ਚੱਲਣਗੀਆਂ ਇਹ ਆਉਣ ਵਾਲਾ ਸਮਾਂ ਦੱਸੇਗਾ। ਸ਼ਰਮਾ ਜੀ, ਤੁਸੀਂ ਸਟੂਡੀਓ ਵਿੱਚ ਆਏ, ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।